परमेसर दिता बना। दुख रोग का डेरा पन्ना। आनंद करे नर नारी। हर हर प्रभ कृपा धारी। संतो सुख होवा सब थाई। पार ब्रह्म पूरन परमेसर। रव रहया सबनी जाई। तुर की बाणी आई। तिन सगली चिंत मिटाई। दयाल पुरख मेहरवाना। हर नानक साच खाना। परम सन्मानयोग गुरु रूप गुरु प्यारी गुरु सवारी साध संगत जियो। बड़े ही वडभागी हाँ। ਅੰਮ੍ਰਿਤ ਵੇਲੇ ਗੁਰ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਲੋਕ ਔਰ ਪਰਲੋਕ ਨੂੰ ਸਫਲਿਆਂ ਬਣਾਉਣ ਦਾ ਯਤਨ ਕਰ ਰਹੇ ਹਾਂ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਕਿਰਪਾ ਹੋਈ ਹੈ, ਜੋ ਰਲ ਮਿਲ ਕੇ ਸਤਿਗੁਰਾਂ ਜੀ ਦੀ ਪਾਵਨ ਪਵਿੱਤਰ ਗੋਦ ਦਾ ਨਿੱਘਾ ਆਨੰਦ ਮਾਣ ਰਹੇ ਹਾਂ ਜੀ। ਆਓ ਕੁਝ ਕੁ ਸਮਾਂ ਮਿਲ ਕੇ ਸਾਹਿਬਾ ਜੀ ਦੇ ਪਾਵਨ ਚਰਨਾਂ ਦੇ ਨਾਲ ਜੁੜ ਜਾਈਏ। ਸਾਹਿਬ ਜੀ ਦੀ ਬਾਣੀ, ਸਾਹਿਬ ਜੀ ਦਾ ਇਤਿਹਾਸ ਆਪਣੇ ਜੀਵਨ ਦੇ ਅੰਦਰ ਧਾਰਨ ਕਰਕੇ ਤੇ ਇੱਕ ਨਵੀਂ ਜੁਗਤ ਦੀ ਪ੍ਰਾਪਤੀ ਕਰੀਏ। ਜਿਤਨੇ ਵੀ ਸਤ ਸੰਗੀ ਜਨ, ਨਾਮ ਜਪਣ ਵਾਲੀਆਂ ਰੂਹਾਂ, ਨਾਮ ਅਭਿਆਸੀ ਰੂਹਾਂ, ਸ਼ਰਧਾ ਔਰ ਭਾਵਨਾ ਧਾਰਨ ਕਰਕੇ ਸਤਿਗੁਰਾਂ ਜੀ ਦੇ ਦਰਬਾਰ ਵਿਖੇ ਨਤਮਸਤਕ ਹੋਏ ਆ। ਪਿਆਰ ਸਤ ਕਰੀਏ ਜੀ ਰਸਨਾ ਪਵਿੱਤਰ। ਮਿਲ ਕੇ ਸਭ ਸੰਗਤ ਉਚਾਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਬੱਦਰਾ ਜੀ ਜਿਹੜੇ ਕੁੱਲ ਕਰਕੇ ਤੇ ਕਿੱਤੇ ਕਰਕੇ ਮਰਾਸੀ ਨੇ। ਪਹਿਲਾਂ ਦੇ ਸਮਿਆਂ ਦੇ ਅੰਦਰ ਚਿੱਠੀ ਜਾਂ ਮੋਬਾਈਲ ਨਹੀਂ ਹੋਇਆ ਕਰਦਾ ਸੀ, ਬਲਕਿ ਮਰਾਸੀ ਇੱਕ ਤੋਂ ਦੂਜੀ ਥਾਂ ਤੇ ਸੁਨੇਹਾ ਲੈ ਕੇ ਜਾਇਆ ਕਰਦੇ ਸਨ। ਇਹ ਜੀਵਨ ਦੇ ਬੜੇ ਉੱਚੇ ਹੁੰਦੇ ਸਨ। ਇਹਨਾਂ ਮਰਾਸੀਆਂ ਨੂੰ ਹਰ ਇੱਕ ਦੇ ਘਰ ਦੇ ਵਿੱਚ ਜਾਣ ਦੀ ਆਗਿਆ ਹੁੰਦੀ ਸੀ ਤੇ ਬਦਲੇ ਵਿੱਚ ਲੋਕ ਵੀ ਇਹਨਾਂ ਦੀ ਬੜੀ ਸੇਵਾ ਕਰਿਆ ਕਰਦੇ ਸਨ।
ਫਿਰ ਜਿੱਦਾਂ ਦਾ ਵੀ ਸੱਦਾ ਪੱਤਰ ਹੁੰਦਾ ਸੀ ਉਸ ਆਧਾਰ 'ਤੇ ਇਹਨਾਂ ਦੇ ਮਾਣ ਔਰ ਸਨਮਾਨ ਨੂੰ ਵਧਾਉਣ ਵਾਸਤੇ ਕੁਝ ਰਜਤ ਪੰਨ ਵੀ ਦੇ ਦਿੱਤੇ ਜਾਂਦੇ ਸਨ, ਭਾਵ ਕੁਝ ਪੈਸਾ ਵੀ ਦੇ ਦਿੱਤਾ ਜਾਂਦਾ ਸੀ, ਜਿਸ ਨਾਲ ਇਹਨਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਸੀ। ਪੈਂਡੇ ਬੜੇ ਲੰਬੇ ਲੰਬੇ ਹੁੰਦੇ ਸਨ, ਜਿਸ ਕਰਕੇ ਇਹ ਆਪਦੇ ਮਨ ਪਰਚਾਵੇ ਵਾਸਤੇ ਗਾਉਣਾ, ਵਜਾਉਣਾ, ਸ਼ੁਗਲ ਕਰਨਾ, ਇਹ ਇਹਨਾਂ ਦੇ ਜੀਵਨ ਦਾ ਆਧਾਰ ਬਣ ਚੁੱਕਿਆ ਸੀਗਾ। ਸ਼੍ਰੀ ਬੱਦਰਾ ਜੀ ਦਾ ਜਿਹੜਾ ਵਿਆਹ ਹੈ ਮਰਾਸੀ ਕੁਲ ਦੀ ਬੀਬੀ ਲੱਖੋ ਦੇ ਨਾਲ ਹੋ ਜਾਂਦਾ ਹੈ। ਹੁਣ ਬੀਬੀ ਲੱਖੋ ਹੈ ਜਿਹੜੀ, ਇਹ ਵੀ ਬੜੇ ਸੱਤ ਭਾਵ ਵਾਲੀ ਹੈ, ਬੜੀ ਹੀ ਸੰਸਕਾਰੀ ਔਰਤ ਹੈ ਤੇ ਨੇਮ ਦੇ ਨਾਲ ਸਦਾ ਹੀ ਪਰਮੇਸ਼ਵਰ ਦੀ ਭਜਨ ਬੰਦਗੀ ਕਰਦੀ ਹੈ। ਆਖਰਕਾਰ 1459 ਈਸਵੀ ਦੇ ਵਿੱਚ ਰਾਏ ਭੋਏ ਦੀ ਤਲਵੰਡੀ ਵਿਖੇ ਬੀਬੀ ਲੱਖੋਂ ਦੀ ਕੁੱਲ ਤੋਂ ਇੱਕ ਬੱਚੇ ਨੇ ਜਨਮ ਲਿਆ, ਜਿਸ ਦਾ ਨਾਮ ਮਰਦਾਨਾ ਰੱਖਿਆ ਗਿਆ ਕਿ ਇਹ ਤੇ ਮਰਦਾਨਾ ਹੈ। ਅਸੀਂ ਅਕਸਰ ਹੀ ਮਨੁੱਖ ਨੂੰ ਮਰਦਾਨਾ ਕਹਿ ਕੇ ਤੇ ਸੰਬੋਧਨ ਕਰਦੇ ਹਾਂ ਤੇ ਨਾਮ ਘਰਦਿਆਂ ਨੇ ਮਰਦਾਨਾ ਰੱਖ ਦਿੱਤਾ। ਤੇ ਇਹ ਪਰੰਪਰਾ ਅੱਜ ਵੀ ਇਹਨਾਂ ਦੇ ਅੰਦਰ ਕਾਇਮ ਹੈ। ਮਰਾਸੀ ਕੁੱਲ ਅੱਜ ਵੀ ਆਪਣੇ ਪਿਤਾ ਪੁਰਖੀ ਧੰਦੇ ਨੂੰ ਹੀ ਅਪਣਾਇਆ ਹੋਇਆ, ਉਹ ਹੀ ਧੰਦਾ ਕਰ ਰਹੇ ਨੇ। ਅੱਜ ਵੀ ਉਸੇ ਤਰ੍ਹਾਂ ਨਗਰ ਨਗਰ ਜਾ ਕੇ ਤੇ ਇਹ ਭੰਡਾਂ ਦਾ ਕੰਮ ਕਰਦੇ ਨੇ, ਗਾਣ ਵਜਾਉਣ ਦਾ ਕੰਮ ਕਰਦੇ ਨੇ। ਹੁਣ ਜਿਹੜੇ ਇਹ ਭਾਈ ਮਰਦਾਨਾ ਜੀ ਨੇ, ਕਿਉਂਕਿ ਇਹਨਾਂ ਦੇ ਅੰਦਰ ਇਹ ਕਲਾ ਹੈ, ਰੱਬ ਦੇ ਵੱਲੋਂ ਕਲਾ ਪਾਈ ਹੈ। ਸਿਆਣੇ ਕਹਿੰਦੇ ਆ ਨਾ, ਜੇ ਮਰਾਸੀਆਂ ਦਾ ਪੁੱਤਰ ਰੋਂਦਾ ਵੀ ਹੈ ਤੇ ਵੀ ਇੱਦਾਂ ਜਿਵੇਂ ਉਹ ਤਾਲ ਦੇ ਵਿੱਚ ਗਾ ਰਿਹਾ ਹੋਵੇ। ਕਈ ਚੀਜ਼ਾਂ ਵਿਰਾਸਤ ਦੇ ਵਿੱਚ ਹੀ ਮਿਲਦੀਆਂ ਹੁੰਦੀਆਂ ਨੇ। ਹੁਣ ਉਹ ਪਿਤਾ ਪੁਰਖੀ ਜਿਹੜਾ ਧੰਦਾ ਸੀ, ਉਹ ਹੀ ਧੰਦਾ ਭਾਈ ਮਰਦਾਨਾ ਜੀ ਨੇ ਅਪਣਾ ਲਿਆ। ਪਿਤਾ ਬੱਦਰਾ ਜੀ ਦੇ ਨਾਲ ਭਾਈ ਮਰਦਾਨਾ ਜੀ ਜਾਇਆ ਕਰਨ ਤੇ ਜਾ ਕੇ ਸੰਸਾਰ ਦੇ ਕੋਨੇ-ਕੋਨੇ ਵਿੱਚ ਸੱਦਾ ਪੱਤਰ ਦਿਆ ਕਰਨ, ਜਿਸ ਕਰਕੇ ਭਾਈ ਮਰਦਾਨਾ ਜੀ ਨੂੰ ਇਸ ਸੰਸਾਰ ਦੀ ਕਾਫੀ ਜ਼ਿਆਦਾ ਸੋਝੀ ਹੋਣ ਲੱਗ ਗਈ। ਆਖਰਕਾਰ 9 ਸਾਲਾਂ ਬਾਅਦ ਬਾਬਾ ਕਾਲੂ ਜੀ ਦੇ ਘਰ ਦੇ ਵਿੱਚ ਇੱਕ ਪੁੱਤਰ ਨੇ ਜਨਮ ਲਿਆ, ਜਿਸ ਦਾ ਨਾਮ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਹੈ। ਹੁਣ 1469 ਈਸਵੀ ਦੇ ਵਿੱਚ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਆਗਮਨ ਧਾਰਦੇ ਨੇ। ਤੇ ਹੁਣ ਜਿਹੜੇ ਇਹ ਭਾਈ ਮਰਦਾਨਾ ਜੀ ਹੈ ਨਾ, ਇਹ ਉਮਰ ਵਿੱਚ 9 ਸਾਲ ਵੱਡੇ ਨੇ। ਵੱਡੇ ਹੋਣ ਕਰਕੇ ਤੇ ਨਾਨਕ ਨੂੰ ਖਿਡਾਉਂਦੇ ਵੀ ਨੇ, ਸਦਾ ਹੀ ਨਾਨਕ ਦੇ ਨਾਲ ਪਿਆਰ ਕਰਦੇ ਨੇ। ਤੇ ਜਿੱਥੇ ਜਿੱਥੇ ਨਾਨਕ ਤੁਰਦਾ ਹੈ, ਭਾਈ ਮਰਦਾਨਾ ਜੀ ਸਦਾ ਪਿੱਛੇ ਪਿੱਛੇ ਹੀ ਜਾਂਦੇ ਨੇ, ਸਦਾ ਪਿੱਛੇ ਪਿੱਛੇ ਜਾਣਾ। ਤੇ ਹੁਣ ਉਮਰ ਵਿੱਚ ਵੀ ਵੱਡੇ ਨੇ। ਜੇ ਕਿਤੇ ਗੁਰੂ ਨਾਨਕ ਜੀ ਮਹਾਰਾਜ ਸੱਚਾ ਸੌਦਾ ਕਰਨ ਵਾਸਤੇ ਗਏ ਨਾ ਚੁੜਕਿਆਣਾ ਮੰਡੀ ਦੇ ਵਿੱਚ, ਤਾਂ ਉਸ ਵਕਤ ਵੀ ਭਾਈ ਮਰਦਾਨਾ ਜੀ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਹੀ ਨੇ। ਹੁਣ ਜਿਵੇਂ ਜਿਵੇਂ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਸਰੀਰ ਕਰਕੇ ਵੱਡੇ ਹੋ ਰਹੇ ਨੇ, ਭਾਈ ਮਰਦਾਨਾ ਜੀ ਵੀ ਵੱਡੇ ਹੋ ਰਹੇ ਨੇ।
ਤੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਇਹ ਭਾਈ ਮਰਦਾਨੇ ਦੇ ਵਿੱਚੋਂ ਬਾਹਰ ਕੱਢ ਦਿੱਤੇ ਨੇ ਤੇ 5 ਗੁਣ ਭਾਈ ਮਰਦਾਨਾ ਜੀ ਨੂੰ ਦੇ ਦਿੱਤੇ: ਸਤ, ਸੰਤੋਖ, ਸਬਰ, ਦਇਆ ਤੇ ਧਰਮ। ਇਹ 5 ਗੁਣ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਮਰਦਾਨੇ ਦੀ ਝੋਲੀ ਵਿੱਚ ਪਾ ਦਿੱਤੇ, ਇੱਕ ਮਹਾਨ ਪੁਰਸ਼ ਬਣਾ ਦਿੱਤਾ। ਤੇ ਇਸ ਭਾਈ ਮਰਦਾਨਾ ਜੀ ਦਾ ਵਿਆਹ ਬੀਬੀ ਰੱਜੋ ਦੇ ਨਾਲ ਹੋ ਜਾਂਦਾ ਹੈ ਤੇ ਘਰ ਦੇ ਵਿੱਚ 2 ਪੁੱਤਰ, ਇੱਕ ਭਾਈ ਸੁਜਾਦਾ ਤੇ ਇੱਕ ਭਾਈ ਰਾਜਦ, ਇਹ 2 ਸਪੁੱਤਰ ਜਨਮ ਲੈਂਦੇ ਨੇ ਤੇ ਇੱਕ ਸਪੁੱਤਰੀ ਜਨਮ ਲੈਂਦੀ ਹੈ। 3 ਬੱਚੇ ਭਾਈ ਮਰਦਾਨੇ ਦੇ ਘਰ ਵਿੱਚ ਪੈਦਾ ਹੁੰਦੇ ਨੇ। ਪਰ ਹੁਣ ਜਦੋਂ ਬਾਬਾ ਕਾਲੂ ਜੀ ਨੇ ਵੇਖਿਆ ਕਿ ਨਾਨਕ ਤੇ ਕੋਈ ਕੰਮ ਧੰਦਾ ਹੀ ਨਹੀਂ ਕਰਦਾ, ਜੇ ਪੜ੍ਹਨ ਵਾਸਤੇ ਭੇਜਿਆ ਜਾਂਦਾ ਹੈ ਤੇ ਨਾਨਕ ਪੜ੍ਹਦਾ ਨਹੀਂ, ਜੇ ਪਸ਼ੂ ਚਰਾਉਣ ਵਾਸਤੇ ਭੇਜਿਆ ਜਾਂਦਾ ਤੇ ਫਿਰ ਹੋਰਾਂ ਦੇ ਖੇਤ ਉਜਾੜੇ ਆਉਂਦਾ, ਤੇ ਜੇ ਸੱਚ ਦਾ ਸੌਦਾ ਕਰਨ ਵਾਸਤੇ ਕਿਹਾ ਜਾਂਦਾ ਭੁੱਖੇ ਸਾਧੂ ਨੂੰ ਲੁਟਾ ਕੇ ਆ ਜਾਂਦਾ। ਇਸੇ ਕਰਕੇ ਸਦਾ ਹੀ ਬਾਬਾ ਕਾਲੂ ਨਾਨਕ ਨੂੰ ਝਿੜਕਦਾ ਰਹਿੰਦਾ। ਹੁਣ ਬੇਬੇ ਨਾਨਕੀ ਦਾ ਵਿਆਹ ਜੀਜਾ ਜੈ ਰਾਮ ਜੀ ਦੇ ਨਾਲ ਹੋ ਗਿਆ ਤੇ ਜੀਜਾ ਜੈ ਰਾਮ ਵੀ ਬੇਬੇ ਨਾਨਕੀ ਦੇ ਵਾਂਗੂ ਗੁਰੂ ਨਾਨਕ ਨੂੰ ਬੜਾ ਪਿਆਰ ਕਰਦਾ ਹੈ, ਬੜਾ ਮੋਹ ਕਰਦਾ ਹੈ। ਤੇ ਜੀਜਾ ਜੈ ਰਾਮ ਵੀ ਹਰਗਿਜ਼ ਨਹੀਂ ਚਾਹੁੰਦਾ ਕਿ ਬਾਬਾ ਕਾਲੂ ਨਾਨਕ ਨੂੰ ਝਿੜਕੇ। ਇਸੇ ਕਰਕੇ ਹੀ ਜੀਜਾ ਜੈ ਰਾਮ ਜੀ ਦੇ ਕਹੇ ਤੇ ਬਾਬਾ ਕਾਲੂ ਜੀ ਨੇ ਨਾਨਕ ਨੂੰ ਸੁਲਤਾਨਪੁਰ ਲੋਧੀ ਭੇਜ ਦਿੱਤਾ। ਹੁਣ ਜਿਸ ਵੇਲੇ ਬੇਬੇ ਨਾਨਕੀ ਕੋਲ ਤੇ ਜੀਜਾ ਜੈ ਰਾਮ ਜੀ ਦੇ ਕੋਲ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਆਏ ਨੇ ਤੇ ਇੱਥੇ ਆ ਕੇ ਖਾਨੇ ਦੀ ਕਾਰ ਵਿਹਾਰ ਸਾਂਭੀ ਨਾ। ਕਾਰ ਵਿਹਾਰ ਸਾਂਭਣ ਤੋਂ ਬਾਅਦ ਕਾਫੀ ਸਮਾਂ ਬੀਤ ਗਿਆ। ਇੱਕ ਦਿਨ ਬਾਬਾ ਕਾਲੂ ਜੀ ਭਾਈ ਮਰਦਾਨੇ ਨੂੰ ਆਪਣੇ ਕੋਲ ਬੁਲਾਉਂਦੇ ਨੇ ਤੇ ਕਹਿੰਦੇ, ਜਾ ਮਰਦਾਨਿਆ, ਜਾ ਕੇ ਨਾਨਕ ਦਾ ਪਤਾ ਕਰਕੇ ਆ। ਬੜਾ ਲੰਬਾ ਅਰਸਾ ਹੋ ਗਿਆ, ਕੋਈ ਖਬਰ ਵੀ ਨਹੀਂ ਹੈ, ਕੋਈ ਕੰਮ ਧੰਦਾ ਕਰਦਾ ਵੀ ਹੈ ਕਿ ਨਹੀਂ ਕਰਦਾ। ਹੁਣ ਭਾਈ ਮਰਦਾਨਾ ਜੀ ਬੇਬੇ ਨਾਨਕੀ ਦੇ ਘਰ ਵਿੱਚ ਆਉਂਦੇ ਨੇ ਤੇ ਆ ਕੇ ਬੇਬੇ ਨਾਨਕੀ ਨੂੰ ਮਿਲਦੇ ਨੇ। ਬੇਬੇ ਨਾਨਕੀ ਵੀ ਭਾਈ ਮਰਦਾਨੇ ਦੀ ਬਹੁਤ ਜ਼ਿਆਦਾ ਇੱਜ਼ਤ ਕਰਦੇ ਨੇ। ਬਹੁਤ ਵਧੀਆ ਵਧੀਆ ਪਕਵਾਨਾਂ ਦੇ ਨਾਲ ਭਾਈ ਮਰਦਾਨਾ ਜੀ ਦਾ ਸਵਾਗਤ ਕੀਤਾ ਜਾਂਦਾ ਹੈ। ਆਖਰਕਾਰ ਖਬਰਸਾਰ ਲੈ ਕੇ ਤੇ ਮੋਦੀਖਾਨੇ ਦੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੂੰ ਮਿਲਣ ਵਾਸਤੇ ਜਾਂਦੇ ਨੇ। ਹੁਣ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੂੰ ਮਿਲਣ ਵਾਸਤੇ ਆਏ ਤੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਮਰਦਾਨੇ ਨੂੰ ਵੇਖਦੇ ਨੇ ਤੇ ਸਭ ਦੇ ਵਾਸਤੇ ਇੱਕ ਸਾਂਝਾ ਸ਼ਬਦ ਵਰਤਿਆ ਭਾਈ ਮਰਦਾਨਾ ਜੀ ਦੇ ਪਰਥਾਏ। ਉਹ ਸ਼ਬਦ ਕਿਹੜਾ ਸੀ? ਭਾਈ। ਕਹਿਣ ਲੱਗੇ, ਮਰਦਾਨਿਆ, ਮੈਂ ਜਾਣਦਾ ਕਿ ਤੇਰਾ ਪਿਤਾ ਪੁਰਖੀ ਜਿਹੜਾ ਧੰਦਾ ਹੈ ਉਹ ਮੰਗਣ ਦਾ ਕੰਮ ਹੈ। ਦਰ ਦਰ ਤੇ ਜਾ ਕੇ ਮੰਗਣਾ, ਦਰ ਦਰ ਤੇ ਜਾ ਕੇ ਗਾਉਣਾ ਤੇ ਦਰ ਦਰ ਤੇ ਜਾ ਕੇ ਵਜਾਉਣਾ। ਪਰ ਤੂੰ ਮੇਰਾ ਭਾਈ ਹੈ ਤੇ ਕਰਤਾਰ ਦੇਣ ਵਾਲਾ ਹੈ। ਜੇ ਤੈਨੂੰ ਕਦੇ ਕਿਤੇ ਲੋੜ ਪਵੇ ਤੇ ਕਰਤਾਰ ਦੇ ਕੋਲ, ਪਰ ਇਹ ਸਮਾਜ ਦੇ ਕੋਲੋਂ ਕਦੇ ਨਾ ਮੰਗੀ। ਹੇ ਮਰਦਾਨੇ, ਅੱਜ ਤੋਂ ਬਾਅਦ ਤੇਰਾ ਕੰਮ ਮੰਗਣਾ ਨਹੀਂ, ਤੇਰਾ ਕੰਮ ਮਿਹਨਤ ਮਸ਼ੱਕਤ ਕਰਨੀ ਹੈ। ਇਸ ਕਰਕੇ ਤੂੰ ਆਪਣੀ ਮਿਹਨਤ ਕਰਿਆ ਕਰ। ਹੁਣ ਐਸਾ ਬੋਲ, ਇੱਕ ਤੇ ਬਚਪਨ ਦੇ ਸਾਥੀ ਸਨ ਨਾ। ਭਾਈ ਮਰਦਾਨਾ ਜੀ 9 ਸਾਲ ਉਮਰ ਕਰਕੇ ਵੱਡੇ ਨੇ, ਖੜਾਇਆ ਵੀ ਹੈ ਨਾਨਕ ਨੂੰ ਤੇ ਉਹ ਕੁੱਤਕ ਚੰਗੀ ਤਰ੍ਹਾਂ ਭਾਈ ਮਰਦਾਨਾ ਜੀ ਨੇ ਕੋਲ ਹੋ ਕੇ ਵੇਖੇ
ਜਿਨ੍ਹਾਂ ਦੀ ਕਲਪਨਾ ਵੀ ਕਰਨੀ ਬਹੁਤ ਮੁਸ਼ਕਿਲ ਗੱਲ ਹੈ। ਭਾਈ ਮਰਦਾਨਾ ਜੀ ਨੇ ਵੇਖਿਆ ਕਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਇਸ ਸੰਸਾਰ ਦੇ ਵਿੱਚ ਆਏ ਨੇ, ਕਿਵੇਂ ਬਚਪਨ ਦੇ ਵਿੱਚ ਹੀ ਉਹ ਆਪਣੇ ਮਿੱਤਰਾਂ ਦਾ ਉਧਾਰ ਕਰਨ ਲੱਗ ਗਏ ਸਨ। ਇਸੇ ਕਰਕੇ ਭਾਈ ਮਰਦਾਨੇ ਤੋਂ ਵੱਧ ਗੁਰੂ ਨਾਨਕ ਨੂੰ ਸਮਝਣਾ ਹੋਰ ਕਿਸੇ ਦੇ ਵੱਸ ਦੀ ਖੇਡ ਨਹੀਂ ਸੀ। ਤੇ ਹੁਣ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਬਚਨ ਆਖੇ ਤੇ ਝੱਟ ਭਾਈ ਮਰਦਾਨਾ ਜੀ ਨੇ ਸਿਰ ਹਿਲਾ ਕੇ ਕਿਹਾ, ਠੀਕ ਹੈ ਗੁਰੂ ਨਾਨਕ, ਜੇ ਅੱਜ ਤੋਂ ਬਾਅਦ ਤੁਸੀਂ ਮੈਨੂੰ ਭਾਈ ਬਣਾਇਆ ਨਾ, ਤੇ ਮੈਂ ਵੀ ਤੁਹਾਡੇ ਨਾਲ ਵਾਅਦਾ ਕਰਦਾ ਕਿ ਮੈਂ ਅੱਜ ਤੋਂ ਬਾਅਦ ਕਦੇ ਕਿਸੇ ਦੇ ਕੋਲੋਂ ਮੰਗਾਂਗਾ ਨਹੀਂ। ਉਸੇ ਦਿਨ ਤੋਂ ਹੀ ਬਸ ਗੁਰੂ ਨਾਨਕ ਦੇ ਹੋ ਗਏ ਨੇ। ਹੁਣ ਘਰ ਗਏ, ਬਾਬਾ ਕਾਲੂ ਜੀ ਨੂੰ ਜਾ ਕੇ ਨਾਨਕ ਦਾ ਹਾਲ ਦੱਸਿਆ, ਤੇ ਹੁਣ ਘਰ ਦੇ ਵਿੱਚ ਰਹਿੰਦੇ ਨੇ, ਕੁਝ ਸਮਾਂ ਆਪਣੀ ਕਿਰਤ ਵਿਹਾਰ ਕਰਦੇ ਨੇ, ਤੇ ਹੁਣ ਇੱਕ ਵਾਰੀ ਫਿਰ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆਏ ਤੇ ਆ ਕੇ ਕਹਿੰਦੇ, ਸਤਿਗੁਰ ਸੱਚੇ ਪਾਤਸ਼ਾਹ, ਤੁਸੀਂ ਕਿਹਾ ਸੀ ਨਾ ਕਿ ਮੈਂ ਅੱਜ ਤੋਂ ਬਾਅਦ ਕਦੇ ਕਿਸੇ ਦੇ ਕੋਲੋਂ ਮੰਗਿਆ ਨਾ ਕਰਾਂ। ਹੁਣ ਘਰ ਦਾ ਗੁਜ਼ਾਰਾ ਤੁਹਾਡੀ ਕਿਰਪਾ ਨਾਲ ਵਧੀਆ ਚੱਲਦਾ ਹੈ, ਮੈਨੂੰ ਮੰਗਣ ਦੀ ਵੀ ਲੋੜ ਨਹੀਂ ਪੈਂਦੀ, ਪਰ ਮੇਰੀ ਇੱਕੋ ਇੱਕ ਪੁੱਤਰੀ ਹੈ ਤੇ ਮੇਰੇ ਕੋਲ ਇਤਨੀ ਸਮਰੱਥਾ ਨਹੀਂ ਹੈ ਕਿ ਮੈਂ ਆਪਣੀ ਧੀ ਦਾ ਵਿਆਹ ਕਰ ਸਕਾਂ, ਤੇ ਮੈਂ ਤੇ ਮੰਗਣਾ ਵੀ ਬੰਦ ਕਰ ਦਿੱਤਾ। ਤਾਂ ਕਰਕੇ ਮੇਰਾ ਭਰੋਸਾ ਤੁਹਾਡੇ ਤੇ ਹੈ, ਤੁਹਾਨੂੰ ਛੱਡ ਕੇ ਮੈਂ ਹੋਰ ਕਿਤੋਂ ਮੰਗ ਵੀ ਨਹੀਂ ਸਕਦਾ, ਤੇ ਕਿਰਪਾ ਕਰ ਦੇਵੋ ਤੇ ਮੇਰੀ ਪੁੱਤਰੀ ਨੂੰ ਆਪਣੀ ਪੁੱਤਰੀ ਜਾਣ ਕੇ ਤੇ ਕਾਰਜ ਵੀ ਤੁਸੀਂ ਆਪ ਹੀ ਕਰ ਦੇਵੋ। ਸਤਿਗੁਰੂ ਕਹਿੰਦੇ, ਠੀਕ ਹੈ ਭਾਈ ਮਰਦਾਨਿਆ। ਸਤਿਗੁਰੂ ਜੀ ਮਹਾਰਾਜ ਨੇ ਇੱਕ ਕਾਗਜ਼ ਲਿਆ, ਉਸ ਦੇ ਉੱਪਰ ਸਾਰਾ ਸੌਦਾ, ਸਾਰੀ ਰਸਤ ਲਿਖੀ, ਤੇ ਭਾਈ ਭਗੀਰਥ ਨੂੰ ਉਹ ਕਾਗਜ਼ ਦੇ ਕੇ ਕਿਹਾ, ਕਹਿੰਦੇ ਜਾ ਲਾਹੌਰ ਤੋਂ ਸਮਾਨ ਖਰੀਦ ਕੇ ਲਿਆ। ਭਾਈ ਭਗੀਰਥ ਲਾਹੌਰ ਗਿਆ, ਉੱਥੋਂ ਸਾਰਾ ਸਮਾਨ ਲਿਆ ਕੇ ਨਾਲ ਭਾਈ ਮਨਸੁਖ ਨੂੰ ਲਿਆ ਕੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਦਿੱਤਾ। ਤੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਬੜੇ ਚਾਵਾਂ ਦੇ ਨਾਲ ਉਹ ਸਮਾਨ ਤੇ ਕੁਝ ਰਜਤ ਪੰਨ ਭਾਈ ਮਰਦਾਨੇ ਨੂੰ ਦੇ ਕੇ ਤੇ ਅਲਵਿਦਾ ਕਰਦੇ ਨੇ, ਤੇ ਨਾਲ ਬੋਲ ਕਹਿੰਦੇ ਨੇ, ਇਹ ਮਰਦਾਨਿਆਂ, ਹੁਣ ਜਿਸ ਵੇਲੇ ਧੀ ਦੇ ਵਿਆਹ ਤੋਂ ਤੂੰ ਵਿਹਲਾ ਹੋ ਜਾਏਗਾ, ਆਪਣੀ ਪਿਤਾ ਦੀ ਰੀਤ ਨੂੰ ਪੂਰੀਆਂ ਕਰਦਿਆਂ ਹੋਇਆਂ ਵਾਪਸ ਫਿਰ ਸਾਡੇ ਕੋਲ ਚੱਲ ਕੇ ਆ ਜਾਏ। ਹੁਣ ਬੱਚੇ ਵੀ ਜਵਾਨ ਹੋ ਗਏ ਨੇ, ਧੀ ਵੀ ਵਿਆਹੀ ਗਈ ਹੈ। ਆਖਰਕਾਰ ਪੁੱਤਰ ਸੁਜਾਦਾ ਤੇ ਰਾਜਦ ਨੂੰ ਘਰ ਦੀ ਜ਼ਿੰਮੇਵਾਰੀ ਸੌਂਪ ਕੇ ਤੇ ਭਾਈ ਮਰਦਾਨਾ ਜੀ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਆ ਗਏ। ਹੁਣ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਆਏ, ਮੋਦੀ ਖਾਨੇ ਦੇ ਵਿੱਚ ਰਹਿੰਦੇ ਨੇ, ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਦਾ ਨਾਲ ਰਹਿੰਦੇ ਨੇ। ਹੁਣ ਜਿਸ ਵੇਲੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਵੇਈ ਨਦੀ ਤੇ ਇਸ਼ਨਾਨ ਕਰਨ ਵਾਸਤੇ ਜਾਂਦੇ ਹਨ, ਤੇ ਭਾਈ ਮਰਦਾਨਾ ਜੀ ਸਦਾ ਹੀ ਨਾਲ ਜਾਂਦੇ ਨੇ। ਹਰ ਰੋਜ਼ ਪਹਿਲੇ ਇਸ਼ਨਾਨ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਕਰਦੇ ਨੇ, ਓਨੀ ਦੇਰ ਤੱਕ ਭਾਈ ਮਰਦਾਨਾ ਵਸਤਰਾਂ ਦੀ ਸੰਭਾਲ ਕਰਦੇ ਨੇ। ਜਦੋਂ ਗੁਰੂ ਨਾਨਕ ਪਾਤਸ਼ਾਹ ਇਸ਼ਨਾਨ ਕਰਕੇ ਵਸਤਰ ਪਹਿਨ ਲੈਂਦੇ ਨੇ, ਫਿਰ ਬਾਅਦ ਵਿੱਚ ਜਾ ਕੇ ਤੇ ਭਾਈ ਮਰਦਾਨਾ ਜੀ ਇਸ਼ਨਾਨ ਕਰਦੇ ਨੇ। ਇਹ ਹਰ ਰੋਜ਼ ਦਾ ਸਿਲਸਿਲਾ ਸੀਗਾ। ਇੱਕ ਦਿਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਵੇਈ ਨਦੀ ਦੇ ਵਿੱਚ ਗਏ ਨਾ, ਜਿਸ ਵੇਲੇ ਵੇਈ ਨਦੀ ਦੇ ਵਿੱਚ ਗਏ ਤੇ ਉਸ ਤੋਂ ਬਾਅਦ ਉਹ ਵਾਪਸ ਨਹੀਂ ਆਏ, ਤੇ ਭਾਈ ਮਰਦਾਨਾ ਜੀ ਨੇ ਨਗਰ ਦੇ ਵਿੱਚ ਜਾ ਕੇ ਰੌਲਾ ਪਾਇਆ ਕਿ ਮੇਰਾ ਪਿਆਰਾ ਨਾਨਕ ਡੁੱਬ ਗਿਆ, ਕਿਤੇ ਵਿਖਾਈ ਨਹੀਂ ਦਿੰਦਾ, ਡੁੱਬ ਚੁੱਕਿਆ। ਹੁਣ ਬੜਿਆਂ ਨੇ ਲੱਭਣ ਦਾ ਯਤਨ ਕੀਤਾ, ਨਵਾਬ ਦੌਲਤ ਖਾਂ ਨੇ ਗੋਤਾਖੋਰਿਆਂ ਦੀ ਡਿਊਟੀ ਲਾਈ, ਕਈ ਤਾਰੂਆਂ ਨੂੰ ਵਿੱਚ ਭੇਜਿਆ, ਅੱਗੇ ਪਿੱਛੇ ਜਿੱਥੇ ਜਿੱਥੇ ਹੋਇਆ ਹਰ ਇੱਕ ਨੇ ਵੇਈ ਨਦੀ ਵਿੱਚ ਗੁਰੂ ਨਾਨਕ ਪਾਤਸ਼ਾਹ ਨੂੰ ਲੱਭਣ ਦਾ ਯਤਨ ਕੀਤਾ, ਪਰ ਗੁਰੂ ਨਾਨਕ ਪਾਤਸ਼ਾਹ ਕਿਤੇ ਨਹੀਂ ਲੱਭੇ। ਤੇ ਸਾਰੇ ਸੁਲਤਾਨਪੁਰ ਨਗਰ ਦੇ ਵਿੱਚ ਤੇ ਤਲਵੰਡੀ ਨਗਰ ਵਿੱਚ ਇੱਕ ਗੱਲ ਪ੍ਰਚਲਿਤ ਹੋ ਗਈ ਕਿ ਹੁਣ ਤੇ ਨਾਨਕ ਮਰ ਚੁੱਕਿਆ ਹੈ, ਹੁਣ ਤੱਕ ਤੇ ਉਸ ਦੇ ਸਰੀਰ ਨੂੰ ਜਾਨਵਰ ਜਾਂ ਮੱਛੀਆਂ ਵੀ ਖਾ ਗਏ ਹੋਣਗੇ। ਪਰ ਉਸ ਵਕਤ ਵੀ ਜੇਕਰ ਕਿਸੇ ਦੇ ਉੱਪਰ ਭਰੋਸਾ ਹੈ ਤੇ ਸਿਰਫ ਉਹ ਦੋ ਜਣੇ ਨੇ ਭਰੋਸਾ ਕਰਨ ਵਾਲੇ। ਇੱਕ ਭਰੋਸਾ ਬੇਬੇ ਨਾਨਕੀ ਨੂੰ ਸੀ
ਤੇ ਦੂਜਾ ਭਰੋਸਾ ਭਾਈ ਮਰਦਾਨਾ ਜੀ ਨੂੰ ਸੀ। ਬੇਬੇ ਨਾਨਕੀ ਨੂੰ ਪਤਾ ਸੀ ਕਿ ਮੇਰਾ ਭਰਾ ਵਾਪਸ ਜ਼ਰੂਰ ਆਏਗਾ, ਕਿਉਂਕਿ ਉਹ ਆਪ ਨਿਰੰਕਾਰ ਹੈ ਤੇ ਨਿਰੰਕਾਰ ਨੂੰ ਸੰਸਾਰ ਦੀ ਕੋਈ ਤਾਕਤ ਖਤਮ ਨਹੀਂ ਕਰ ਸਕਦੀ। ਤੇ ਦੂਜਾ ਭਰੋਸਾ ਭਾਈ ਮਰਦਾਨਾ ਜੀ ਨੂੰ ਸੀਗਾ ਕਿ ਜੇ ਅੱਜ ਗੁਰੂ ਨਾਨਕ ਕਿਤੇ ਅਲੋਪ ਹੋਇਆ ਤੇ ਇਹ ਵੀ ਗੁਰੂ ਨਾਨਕ ਦਾ ਕੋਈ ਕੁੱਤਕ ਹੈ। ਇਸੇ ਕਰਕੇ 3 ਦਿਨ ਲਗਾਤਾਰ ਉਹ ਹੀ ਵਸਤਰ ਲੈ ਕੇ ਤੇ ਭਾਈ ਮਰਦਾਨਾ ਜੀ ਹਰ ਰੋਜ਼ ਉਸ ਵੇਈ ਨਦੀ ਤੇ ਜਾਇਆ ਕਰਨ। ਨਹੀਂ ਛੱਡਿਆ, 3 ਦਿਨ ਉਸੇ ਵੇਈ ਨਦੀ ਤੇ ਜਾਇਆ ਕਰਨ। ਆਖਰਕਾਰ ਜਿੱਥੇ ਟੁਬਕੀ ਲਾਈ ਸੀ ਉੱਥੋਂ ਕੁਝ ਕੁ ਦੂਰੀ ਦੇ ਉੱਪਰ ਹੀ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਵੇਈ ਨਦੀ ਦੇ ਵਿੱਚੋਂ ਬਾਹਰ ਆਉਂਦੇ ਨੇ। ਉਸ ਵੇਈ ਨਦੀ ਦੇ ਵਿੱਚੋਂ ਬਾਹਰ ਆਏ ਤੇ ਫਿਰ ਵਸਤਰ ਪਹਿਨੇ, ਪਰ ਉਸ ਦਿਨ ਬੋਲੇ ਨਹੀਂ, ਬਸ ਚੁੱਪ ਕਰਕੇ ਤੇ ਸ਼ਮਸ਼ਾਨ ਘਾਟ ਦੇ ਵਿੱਚ ਬਹਿ ਜਾਂਦੇ ਨੇ। ਉੱਥੇ ਸ਼ਮਸ਼ਾਨ ਘਾਟ ਦੇ ਵਿੱਚ ਵੀ ਜਦੋਂ ਸਾਰੇ ਲੋਕ ਕਮਲਾ ਕਹਿਣਾ ਸ਼ੁਰੂ ਕਰ ਦਿੰਦੇ ਨੇ, ਸ਼ਮਸ਼ਾਨ ਘਾਟ ਵਿੱਚ ਬੈਠਾ ਨਾਨਕ, ਸਾਰੇ ਲੋਕ ਕਹਿੰਦੇ ਨੇ ਕਿ ਸ਼ਾਇਦ ਹੁਣ ਇਹ ਦਿਮਾਗ ਕਰਕੇ ਕਮਲਾ ਹੋ ਗਿਆ, ਪਾਣੀ ਇਹਦੇ ਦਿਮਾਗ ਵਿੱਚ ਚਲਾ ਗਿਆ। ਉੱਥੇ ਵੀ ਅਟੁੱਟ ਵਿਸ਼ਵਾਸ ਭਰੋਸਾ ਰੱਖਣ ਵਾਲਾ ਭਾਈ ਮਰਦਾਨਾ ਹੀ ਹੈ ਕਿ ਨਹੀਂ, ਇਹ ਵੀ ਮੇਰੇ ਨਾਨਕ ਦਾ ਕੋਈ ਨਾ ਕੋਈ ਕੁੱਤਕ ਹੀ ਹੈ। ਉੱਥੇ ਬੈਠੇ ਰਹੇ, ਕਿੰਨੇ ਦਿਨ ਉਸੇ ਤਰ੍ਹਾਂ ਹੀ ਬੈਠੇ ਹੋਏ ਨੇ। ਆਖਰਕਾਰ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਸਾਰਾ ਮੋਦੀ ਖਾਨਾ ਵੀ ਲੁਟਾ ਦਿੰਦੇ ਨੇ ਤੇ ਸਾਰਾ ਕੁਝ ਛਡਾ ਕੇ 3.5 ਸਾਲਾਂ ਦੇ ਪੁੱਤਰ ਸ਼੍ਰੀ ਚੰਦ ਨੂੰ ਛੱਡ ਕੇ 10 ਦਿਨ ਦੇ ਪੁੱਤਰ ਲక్ష్ਮੀ ਦਾਸ ਨੂੰ ਛੱਡ ਕੇ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੰਗਲਾਂ ਦੇ ਵਿੱਚ ਬੈਠੇ ਨੇ। ਹੁਣ ਜੰਗਲ ਦੇ ਵਿੱਚ ਬੈਠੇ ਤੇ ਉੱਥੇ ਵੀ ਭਾਈ ਮਰਦਾਨਾ ਸਦਾ ਨਾਲ ਰਹਿੰਦੇ ਨੇ। ਗੁਰੂ ਨਾਨਕ ਪਾਤਸ਼ਾਹ ਅੰਤਰ ਧਿਆਨ ਰਹਿੰਦੇ ਨੇ ਤੇ ਭਾਈ ਮਰਦਾਨਾ ਸਦਾ ਹੀ ਉੱਥੇ ਬੈਠੇ ਰਹਿੰਦੇ ਨੇ। ਤੇ ਇਤਿਹਾਸ ਗਵਾਹੀ ਭਰਦਾ 22 ਦਿਨ ਲਗਾਤਾਰ ਗੁਰੂ ਨਾਨਕ ਪਾਤਸ਼ਾਹ ਜੀ ਅੰਤਰ ਧਿਆਨ ਰਹੇ। 22 ਦਿਨ ਕਹਿਣਾ ਸੌਖੀ ਗੱਲ ਹੈ, 1 ਦਿਨ 2 ਦਿਨ ਜਾਂ ਆਪਾਂ 4 ਦਿਨ ਦੀ ਗੱਲ ਨਹੀਂ ਕਰ ਰਹੇ, 22 ਦਿਨ ਦੀ ਗੱਲ ਕਰਦੇ ਹਾਂ। 22 ਦਿਨ ਲਗਾਤਾਰ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਅੰਤਰ ਧਿਆਨ ਰਹੇ। ਗੁਰੂ ਪਾਤਸ਼ਾਹ ਨੇ ਅੱਖਾਂ ਨਹੀਂ ਖੋਲੀਆਂ ਤੇ ਓਨੀ ਦੇਰ ਤੱਕ ਭਾਈ ਮਰਦਾਨਾ ਵੀ ਗੁਰੂ ਨਾਨਕ ਪਾਤਸ਼ਾਹ ਦਾ ਸਾਥ ਛੱਡ ਕੇ ਨਹੀਂ ਜਾਂਦਾ। ਤੇ 22 ਦਿਨ ਹੋ ਗਏ ਜਿਨ੍ਹਾਂ ਨੇ ਖਾਧਾ ਪੀਤਾ ਵੀ ਕੁਝ ਨਹੀਂ ਹੈ। ਵਾਰ-ਵਾਰ ਉਹ ਜਿਹੜੀ ਨਦੀ ਕੋਲੋਂ ਚੱਲਦੀ ਹੈ, ਬਸ ਉਹਦਾ ਪਾਣੀ ਪੀ ਪੀ ਕੇ ਤੇ ਗੁਜ਼ਾਰਾ ਕਰਦੇ ਨੇ। ਇਹ ਕੁੱਤਕ ਹੁੰਦਾ। ਆਖਰਕਾਰ ਨਾ 22 ਦਿਨ ਬਾਅਦ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਅੱਖਾਂ ਖੋਲੀਆਂ। ਹੁਣ ਜਿਵੇਂ ਹੀ ਅੱਖਾਂ ਖੋਲੀਆਂ ਨਾ ਤੇ ਭਾਈ ਮਰਦਾਨਾ ਜੀ ਦੇਖੋ ਉਮਰ ਕਰਕੇ ਵੱਡੇ ਵੀ ਸਨ ਤੇ ਅਕਸਰ ਗੁਰੂ ਨਾਨਕ ਪਾਤਸ਼ਾਹ ਨਾਲ ਕਈ ਵਾਰੀ ਨਾਰਾਜ਼ ਵੀ ਹੋ ਜਾਇਆ ਕਰਦੇ ਸਨ। ਹੁਣ ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਅੱਖਾਂ ਖੋਲੀਆਂ ਨਾ ਤੇ ਭਾਈ ਮਰਦਾਨਾ ਜੀ ਆਖਣ ਲੱਗੇ, ਹੇ ਨਾਨਕ, ਤੂੰ ਤੇ ਹੈ ਮਹਾਨ ਨਿਰੰਕਾਰ, ਤੂੰ ਤੇ ਪਾਣੀ ਪੀਤੇ ਬਿਨਾ, ਭੋਜਨ ਛਕੇ ਬਿਨਾ, ਵਸਤਰਾਂ ਬਿਨਾ ਰਹਿ ਸਕਦਾ ਹੈ, ਪਰ ਮੈਂ ਤੇ ਇੱਕ ਸੰਸਾਰੀ ਪੁਰਸ਼ ਹਾਂ, ਇਸੇ ਕਰਕੇ ਮੈਨੂੰ ਭੁੱਖ ਵੀ ਲੱਗਦੀ ਹੈ। ਮੈਂ ਇਸ ਹਵਾ ਦੇ ਸਹਾਰੇ ਤੇ ਪਾਣੀ ਦੇ ਸਹਾਰੇ ਤੇ ਜਿੰਦਾ ਨਹੀਂ ਰਹਿ ਸਕਦਾ। ਤੇਰੀ ਮੇਰੀ ਨਹੀਂ ਨਿਭਣੀ, ਮੈਂ ਤੇ ਜਾ ਰਿਹਾ, ਤੇਰੀ ਮੇਰੀ ਨਹੀਂ ਨਿਭਦੀ। ਇਤਨਾ ਕਹਿ ਕੇ ਤੇ ਭਾਈ ਮਰਦਾਨਾ ਜੀ ਵਾਪਸ ਬੇਬੇ ਨਾਨਕੀ ਦੇ ਕੋਲ ਘਰ ਦੇ ਵਿੱਚ ਆ ਗਏ ਨੇ। ਬੇਬੇ ਨਾਨਕੀ ਨੇ ਪ੍ਰਸ਼ਾਦਾ ਪਾਣੀ ਛਕਾਇਆ। 22 ਦਿਨ ਦੇ ਭੁੱਖੇ ਭਾਈ ਜੀ ਪ੍ਰਸ਼ਾਦਾ ਪਾਣੀ ਛਕਦੇ ਨੇ। ਹੁਣ ਪ੍ਰਸ਼ਾਦਾ ਪਾਣੀ ਛਕਿਆ ਤੇ ਬੇਬੇ ਨਾਨਕੀ ਆਖਣ ਲੱਗੀ, ਮਰਦਾਨਿਆ ਕੀ ਗੱਲ ਕੱਲਾ ਹੀ ਆਇਆ? ਨਾਨਕ ਕਿਤੇ ਵਿਖਾਈ ਨਹੀਂ ਦਿੰਦਾ, ਨਾਨਕ ਕਿੱਥੇ ਗਿਆ? ਨਾਨਕ ਨਹੀਂ ਦਿਸਦਾ। ਤੇ ਅੱਗੋਂ ਆਖਣ ਲੱਗੇ, ਮੈਂ ਤੇ ਨਾਨਕ ਨੂੰ ਛੱਡ ਕੇ ਆ ਗਿਆ ਕਿ 22 ਦਿਨ ਹੋ ਗਏ, ਉਹ ਆਪ ਵੀ ਭੁੱਖੇ ਭਾਣੇ ਨੇ ਤੇ ਮੈਨੂੰ ਵੀ ਨਾਲ ਭੁੱਖੇ ਭਾਣੇ ਰੱਖਿਆ, ਇਸੇ ਕਰਕੇ ਮੈਂ ਨਾਨਕ ਨੂੰ ਛੱਡ ਕੇ ਆ ਗਿਆ। ਤੇ ਬੇਬੇ ਨਾਨਕੀ ਕਹਿੰਦੀ, ਨਾ ਵੀਰਿਆ ਨਾ, ਜਾ ਵਾਪਸ ਨਾਨਕ ਦੇ ਕੋਲ ਜਾ। ਜਿੰਨੇ ਦਿਨ ਵੀ ਤੁਸੀਂ ਇੱਥੇ ਸੁਲਤਾਨਪੁਰ ਨਗਰ ਦੇ ਵਿੱਚ ਹੋ, ਭਾਵੇਂ ਹਰ ਰੋਜ਼ ਦੋਨੋਂ ਟਾਈਮ ਆ ਕੇ ਪ੍ਰਸ਼ਾਦਾ ਛਕ ਜਾਇਆ ਕਰ, ਪਰ ਨਾਨਕ ਦਾ ਸਾਥ ਨਾ ਕਦੇ ਵੀ ਛੱਡੀ। ਬੇਬੇ ਨਾਨਕੀ ਦਾ ਬਚਨ ਸੁਣ ਕੇ ਤੇ ਫਿਰ ਵਾਪਸ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਚਲੇ ਗਏ ਤੇ ਜਾ ਕੇ ਮਾफ़ੀ ਮੰਗੀ, ਇਹ ਸਤਿਗੁਰ ਸੱਚੇ ਪਾਤਸ਼ਾਹ ਮੇਰੇ ਤੋਂ ਗਲਤੀ ਹੋ ਗਈ, ਮੈਨੂੰ ਮਾफ़ ਕਰ ਦਿਓ। ਹੁਣ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਆਖਣ ਲੱਗੇ, ਕਹਿੰਦੇ ਮਰਦਾਨਿਆਂ ਜਾ ਤੇ ਜਾ ਕੇ ਇੱਕ ਵਧੀਆ ਰਬਾਬ ਖਰੀਦ ਕੇ ਲਿਆ। ਹੁਣ ਭਾਈ ਮਰਦਾਨਾ ਜੀ ਸੁਲਤਾਨਪੁਰ ਨਗਰ ਦੇ ਵਿੱਚ ਰਬਾਬ ਲੱਭਣ ਵਾਸਤੇ ਜਾਂਦੇ ਨੇ, ਪਰ ਜਿੱਦਾਂ ਦੀ ਰਬਾਬ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੂੰ ਚਾਹੀਦੀ ਸੀ, ਉੱਦਾਂ ਦੀ ਤੇ ਕਿਤੇ ਰਬਾਬ ਵੀ ਨਹੀਂ ਸੀਗੀ। ਹੁਣ ਸੁਲਤਾਨਪੁਰ ਨਗਰ ਦੇ ਵਿੱਚ ਰਬਾਬ ਤੇ ਨਹੀਂ ਮਿਲੀ, ਪਰ ਬੋਲ ਬੜੇ ਮਿਲੇ।
ਕੋਈ ਭਾਈ ਮਰਦਾਨੇ ਨੂੰ ਡੂਮ ਆਖਿਆ ਕਰੇ, ਕੋਈ ਮਰਾਸੀ ਆਖਿਆ ਕਰੇ, ਕੋਈ ਆਖਿਆ ਕਰੇ ਨਾਨਕ ਆਪ ਤੇ ਕਮਲਾ ਹੈ, ਨਾਲ ਇਹਨੂੰ ਵੀ ਕਮਲਾ ਬਣਾਈ ਫਿਰਦਾ ਹੈ ਕਿ ਉਹਨੇ ਵੀ ਆਪਣਾ ਪਰਿਵਾਰ ਛੱਡ ਦਿੱਤਾ ਤੇ ਇਸ ਮੂਰਖ ਨੇ ਵੀ ਨਾਲ ਲੱਗ ਕੇ ਆਪਣਾ ਪਰਿਵਾਰ ਛੱਡ ਦਿੱਤਾ। ਭਾਵ ਬੜੇ ਬੋਲ ਕਬੋਲ ਬੋਲੇ ਜਾਂਦੇ ਨੇ। ਸਵੇਰ ਤੋਂ ਸ਼ਾਮ ਪੈ ਗਈ ਪਰ ਕਿਤੋਂ ਰਬਾਬ ਨਹੀਂ ਮਿਲੀ। ਆਖਰਕਾਰ ਉਦਾਸ ਹੋ ਕੇ ਤੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਆ ਗਏ। ਪਰ ਚਿਹਰੇ ਉੱਪਰ ਇਸ ਗੱਲ ਦਾ ਬਿਲਕੁਲ ਵੀ ਗਿਲਾ ਸ਼ਿਕਵਾ ਨਹੀਂ ਹੈ ਕਿ ਲੋਕਾਂ ਨੇ ਮੈਨੂੰ ਡੂਮ ਆਖਿਆ, ਲੋਕਾਂ ਨੇ ਮੈਨੂੰ ਮਰਾਸੀ ਆਖਿਆ। ਭੋਰਾ ਵੀ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਤੇ ਆ ਕੇ ਗੁਰੂ ਨਾਨਕ ਪਾਤਸ਼ਾਹ ਦੀ ਫਿਰ ਸੇਵਾ ਵਿੱਚ ਹਾਜ਼ਰ ਹੋ ਜਾਂਦੇ ਨੇ। ਤੇ ਗੁਰੂ ਬਾਬਾ ਕਹਿੰਦੇ, ਮਰਦਾਨਿਆਂ ਕੀ ਗੱਲ ਰਬਾਬ ਲੈ ਕੇ ਨਹੀਂ ਆਇਆ? ਤੇ ਹੱਥ ਜੋੜ ਕੇ ਬੇਨਤੀ ਕਰਕੇ ਆਖਣ ਲੱਗੇ, ਸਤਿਗੁਰ ਸੱਚੇ ਪਾਤਸ਼ਾਹ, ਜਿੱਦਾਂ ਦੀ ਰਬਾਬ ਤੁਸੀਂ ਮੰਗਵਾਈ ਸੀ ਨਾ, ਉੱਦਾਂ ਦੀ ਰਬਾਬ ਮੈਨੂੰ ਮਿਲੀ ਨਹੀਂ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ, ਚੱਲ ਠੀਕ ਹੈ ਮਰਦਾਨਿਆਂ, ਫਲਾਣੀ ਥਾਂ ਤੇ ਰਾਹਕ ਪਿੰਡ ਹੈ। ਰਾਹਕ ਪਿੰਡ ਦੇ ਵਿੱਚ ਇੱਕ ਫਰੰਦਾ ਰਬਾਬੀ ਰਹਿੰਦਾ। ਉਸ ਫਰੰਦੇ ਰਬਾਬੀ ਦੇ ਕੋਲ ਜਾ ਤੇ ਬੇਬੇ ਨਾਨਕੀ ਦੇ ਕੋਲੋਂ ਪੈਸੇ ਲੈ ਕੇ ਜਾ ਤੇ ਜਾ ਕੇ ਉਹਦੇ ਕੋਲੋਂ ਰਬਾਬ ਖਰੀਦ ਕੇ ਲਿਆ। ਕਹਿੰਦੇ ਠੀਕ ਹੈ। ਭਾਈ ਮਰਦਾਨਾ ਜੀ ਬਚਨ ਪਾ ਕੇ ਤੇ ਬੇਬੇ ਨਾਨਕੀ ਦੇ ਕੋਲ ਜਾਂਦੇ ਨੇ ਤੇ ਜਾ ਕੇ ਹੱਥ ਜੋੜ ਕੇ ਬੇਨਤੀ ਕਰਦੇ ਨੇ, ਹੇ ਭੈਣ, ਮੈਨੂੰ ਨਾਨਕ ਨੇ ਤੁਹਾਡੇ ਕੋਲ ਭੇਜਿਆ ਹੈ ਤੇ ਮੈਂ ਕੁਝ ਕੁ ਰਜਤ ਪਣ ਤੁਹਾਡੇ ਕੋਲੋਂ ਲੈਣ ਵਾਸਤੇ ਆਇਆ। ਮੈਂ ਇੱਕ ਰਬਾਬ ਲਿਆਣੀ ਹੈ। ਹੁਣ ਬੇਬੇ ਨਾਨਕੀ ਨੇ ਕੁਝ ਕੁ ਰਜਤ ਪਣ ਦਿੱਤੇ ਤੇ ਭਾਈ ਮਰਦਾਨਾ ਚਲਦਿਆਂ ਚਲਦਿਆਂ, ਬੜਾ ਲੰਬੇਰਾ ਸਮਾਂ ਹੋ ਚੁੱਕਿਆ ਹੈ, 3 ਦਿਨ ਤੇ 3 ਰਾਤਾਂ ਲਗਾਤਾਰ ਚੱਲਦੇ ਰਹੇ। ਆਖਰਕਾਰ ਫਿਰ ਉਸ ਰਾਹਕ ਪਿੰਡ ਦੇ ਵਿੱਚ ਪਹੁੰਚੇ। ਹੁਣ ਕਿੰਨੇ ਦਿਨ ਹੋ ਗਏ, ਕੁਝ ਖਾਧਾ ਪੀਤਾ ਵੀ ਨਹੀਂ ਤੇ ਕਿਸੇ ਨੇ ਕੁਝ ਖਾਣ ਪੀਣ ਵਾਸਤੇ ਦਿੱਤਾ ਵੀ ਨਹੀਂ। ਦੇਣਾ ਬੜੀ ਦੂਰ ਦੀ ਗੱਲ ਸੀ, ਪੁੱਛਿਆ ਵੀ ਨਹੀਂ। ਭਾਈ ਮਰਦਾਨਾ ਜੀ ਪੂਰਾ ਰਾਹਕ ਪਿੰਡ ਛਾਣ, ਨਾ ਤੇ ਕਿਤੋਂ ਰਬਾਬ ਮਿਲੀ ਤੇ ਨਾ ਫਰੰਦਾ ਰਬਾਬੀ ਲੱਭਿਆ। ਆਖਰਕਾਰ ਸਿਖਰ ਦੁਪਹਿਰਾ ਹੋ ਚੁੱਕਿਆ, ਕੜਕਦੀ ਧੁੱਪ ਹੈ ਤੇ ਭਾਈ ਮਰਦਾਨਾ ਜੀ ਇੱਕ ਦਰਖਤ ਨੂੰ ਵੇਖਦੇ ਨੇ, ਬੜੀ ਹੀ ਸੰਘਣੀ ਉਹਦੀ ਛਾਂ ਹੈ ਤੇ ਕੁਝ ਸਮਾਂ ਉਸ ਦਰਖਤ ਦੇ ਹੀ ਤਣੇ ਨੂੰ ਸਹਾਰਾ ਲਾ ਕੇ ਤੇ ਉੱਥੇ ਲੇਟ ਜਾਂਦੇ ਨੇ। ਹੁਣ ਲੇਟੇ ਤੇ ਕੀ ਵੇਖਿਆ, ਇੱਕ ਬੜਾ ਹੀ ਸੋਹਣਾ, ਜਿਹਨੇ ਚਿੱਟੇ ਰੰਗ ਦੇ ਵਸਤਰ ਪਾਏ ਹੋਏ ਨੇ, ਧੁੱਪ ਦੇ ਵਿੱਚ ਦੂਰੋਂ ਹੀ ਚਮਕਦਾ ਪਿਆ ਹੈ। ਮੋਢੇ ਦੇ ਉੱਪਰ ਬੜੀ ਸੋਹਣੀ ਉਹਦੇ ਰਬਾਬ ਰੱਖੀ ਹੋਈ ਹੈ ਤੇ ਉਹ ਚਲਦਾ ਚਲਦਾ ਭਾਈ ਮਰਦਾਨਾ ਜੀ ਵੱਲੇ ਵਧਿਆ ਆਉਂਦਾ। ਆਖਰਕਾਰ ਇਹ ਫਰੰਦਾ ਭਾਈ ਮਰਦਾਨਾ ਜੀ ਦੇ ਕੋਲ ਆਇਆ ਤੇ ਆਵਾਜ਼ ਮਾਰ ਕੇ ਕਹਿੰਦਾ, ਮਰਦਾਨਿਆ, ਜਿਹੜੀ ਤੂੰ ਰਬਾਬ ਹੁਣ ਤੱਕ ਲੱਭੀ ਜਾਂਦਾ ਤੇ ਆਹ ਲੈ, ਇਹ ਉਹ ਰਬਾਬ ਹੈ। ਹੁਣ ਨਾਮ ਲੈ ਕੇ ਬੁਲਾਇਆ, ਮਰਦਾਨਾ ਕਹਿ ਕੇ ਬੁਲਾਇਆ। ਉੱਤੋਂ ਜਿੱਦਾਂ ਦੀ ਰਬਾਬ ਚਾਹੀਦੀ ਸੀ ਉਹ ਰਬਾਬ ਵੀ ਕੋਲ ਚੱਕੀ ਫਿਰਦਾ ਤੇ ਭਾਈ ਮਰਦਾਨਾ ਜੀ ਵੇਖ ਕੇ ਬੜੇ ਹੈਰਾਨ ਹੋਏ ਤੇ ਹੁਣ ਉਹ ਰਬਾਬ ਭਾਈ ਮਰਦਾਨਾ ਜੀ ਦੇ ਹੱਥਾਂ ਦੇ ਉੱਪਰ ਰੱਖ ਦਿੱਤੀ ਤੇ ਭਾਈ ਮਰਦਾਨਾ ਜੀ ਪੁੱਛਣ ਲੱਗੇ, ਹੇ ਫਰੰਦਾ ਜੀ, ਇਸ ਦੀ ਕੀਮਤ ਕਿੰਨੀ ਹੈ? ਤੇ ਅੱਗੋਂ ਉਹ ਭਾਈ ਫਰੰਦਾ ਆਖਣ ਲੱਗਿਆ, ਇਸ ਰਬਾਬ ਦੀ ਕੀਮਤ ਕੋਈ ਨਹੀਂ ਹੈ, ਬਸ ਮਰਦਾਨਿਆਂ, ਇਸ ਰਬਾਬ ਦੀ ਕੀਮਤ ਇੱਕੋ ਹੀ ਹੈ। ਇਹ ਰਬਾਬ ਕੇਵਲ ਗੁਰੂ ਨਾਨਕ ਦੇ ਲਈ ਬਣੀ ਹੈ ਤੇ ਜਦੋਂ ਵੀ ਇਹ ਰਬਾਬ ਵੱਜੇ, ਕੇਵਲ ਗੁਰੂ ਨਾਨਕ ਦੇ ਲਈ ਵੱਜੇ। ਇਹ ਰਬਾਬ ਹੋਰ ਕਿਸੇ ਦੇ ਦਰਬਾਰ ਵਿੱਚ ਨਹੀਂ ਵੱਜਣੀ ਚਾਹੀਦੀ, ਬਸ ਇਹ ਹੀ ਇਸ ਰਬਾਬ ਦੀ ਕੀਮਤ ਹੈ। ਤੇ ਹੁਣ ਭਾਈ ਮਰਦਾਨਾ ਜੀ ਤੁਰਨ ਲੱਗੇ ਨਾ ਤੇ ਕਹਿੰਦੇ, ਫਰੰਦੇ ਇੱਕੋ ਦਮ ਆਵਾਜ਼ ਮਾਰ ਲਈ। ਫਰੰਦਾ ਕਹਿੰਦਾ, ਰੁਕ ਮਰਦਾਨਿਆ ਰੁਕ, ਜਿਹੜੀ ਇਹ ਰਬਾਬ ਹੈ ਇਹ ਕੋਈ ਸਧਾਰਨ ਰਬਾਬ ਨਹੀਂ ਹੈ। ਇਸ ਰਬਾਬ ਨੂੰ ਲੱਭਣਾ, ਇਸ ਰਬਾਬ ਨੂੰ ਵਜਾਉਣਾ ਤੇ ਬੜੀ ਦੂਰ ਦੀ ਗੱਲ ਹੈ। ਇਸ ਰਬਾਬ ਦੇ ਬਾਰੇ ਜਾਣਕਾਰੀ ਹੋਣੀ ਵੀ ਬਹੁਤ ਵੱਡੀ ਗੱਲ ਹੈ। ਤੇ ਤੈਨੂੰ ਇਸ ਰਬਾਬ ਦੀ ਜਾਣਕਾਰੀ ਕਿਵੇਂ ਹੈ ਭਾਈ? ਤੇ ਫਿਰ ਭਾਈ ਮਰਦਾਨਾ ਜੀ ਨੇ ਬੇਨਤੀ ਕਰਕੇ ਉਹ ਹੀ ਕਿਹਾ ਕਿ ਮੈਨੂੰ ਜਾਣਕਾਰੀ ਨਹੀਂ, ਇਹ ਤੇ ਮੈਨੂੰ ਮੇਰੇ ਗੁਰੂ ਨਾਨਕ ਨੇ ਭੇਜਿਆ ਹੈ।
ਤੇ ਫਿਰ ਉਹ ਫਰੰਦਾ ਆਖਣ ਲੱਗਿਆ, ਕਲ ਯੁੱਗ ਦੇ ਸਮੇਂ ਦੇ ਵਿੱਚ ਇੰਨੀ ਮਹਾਨ ਰਬਾਬ ਮੰਗਵਾਉਣ ਵਾਲਾ ਤੇ ਵਜਾਉਣ ਵਾਲਾ ਕੋਈ ਸਧਾਰਨ ਨਹੀਂ ਹੋ ਸਕਦਾ। ਕਹਿੰਦਾ ਚੱਲ ਮਰਦਾਨਿਆ ਚੱਲ, ਮੈਨੂੰ ਵੀ ਤੂੰ ਆਪਣੇ ਨਾਲ ਲੈ ਕੇ ਚੱਲ। ਹੁਣ ਉਹ ਫਰੰਦਾ ਵੀ ਕਹਿੰਦੇ ਉਹ ਰਬਾਬ ਲਈ ਤੇ ਦੋਨੋਂ ਜਣੇ ਚੱਲ ਕੇ ਤੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਜੀ ਦੇ ਕੋਲ ਆ ਗਏ। ਹੁਣ ਫਿਰ 3 ਦਿਨ ਰਾਤਾਂ ਦਾ ਸਮਾਂ ਬੀਤ ਗਿਆ। ਕਿੰਨੇ ਥੱਕ ਗਏ ਭਾਈ ਮਰਦਾਨਾ ਜੀ। ਆਖਰਕਾਰ ਕਿਉਂਕਿ ਨਾ ਇਹ ਵਿਦਵਾਨਾਂ ਨੇ ਜਿਹੜੇ ਸ਼ਬਦ ਲਿਖੇ ਨੇ, 3 ਦਿਨ ਤੇ 3 ਰਾਤਾਂ ਜਾਣ ਦੀਆਂ, 3 ਦਿਨ ਤੇ 3 ਰਾਤਾਂ ਆਉਣ ਦੀਆਂ, ਤੇ 3 ਦਿਨ ਤੇ 3 ਰਾਤਾਂ ਰਬਾਬ ਲੱਭਣ ਦੇ ਉੱਪਰ ਵੀ ਲਾਏ ਨੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ। ਟੋਟਲ 9 ਦਿਨ ਹੋ ਗਏ, ਦਿਨ ਤੇ ਰਾਤ 18 ਹੋ ਗਈਆਂ। ਤੇ ਇੰਨੇ ਦਿਨ ਦਾ ਕੁਝ ਵੀ ਖਾਧਾ ਪੀਤਾ ਨਹੀਂ ਹੈ ਭਾਈ ਮਰਦਾਨਾ ਜੀ ਨੇ। ਹੁਣ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਆਏ ਨਾ, ਤੇ ਲਿਆ ਕੇ ਉਹ ਰਬਾਬ ਰੱਖੀ ਤੇ ਨਮਸਕਾਰ ਕੀਤੀ ਤੇ ਆਖਣ ਲੱਗੇ, ਸਤਿਗੁਰ ਸੱਚੇ ਪਾਤਸ਼ਾਹ ਤੁਹਾਡੇ ਵਾਸਤੇ ਇਹ ਰਬਾਬ ਲੈ ਕੇ ਆਏ ਆ। ਤੇ ਸਤਿਗੁਰ ਜੀ ਨੇ ਅੱਖਾਂ ਖੋਲੀਆਂ ਤੇ ਸਾਹਮਣੇ ਭਾਈ ਮਰਦਾਨਾ ਤੇ ਸਾਹਮਣੇ ਉਹ ਭਾਈ ਫਰੰਦਾ ਬੈਠਾ ਹੋਇਆ ਹੈ। ਹੁਣ ਉਹ ਜਿਹੜਾ ਭਾਈ ਫਰੰਦਾ ਹੈ ਨਾ, ਉਹ ਜਿਵੇਂ ਗੁਰੂ ਨਾਨਕ ਪਾਤਸ਼ਾਹ ਦੇ ਬਸ ਦਰਸ਼ਨ ਕਰਦਾ ਹੈ ਨਾ ਤੇ ਸੁੰਨ-ਮੁੰਨ ਹੋ ਜਾਂਦਾ ਹੈ। ਤੇ ਲਫ਼ਜ਼ ਆਖੇ, ਮਰਦਾਨਿਆਂ ਮੇਰੀ ਰਬਾਬ ਬਿਲਕੁਲ ਸਹੀ ਹੱਥਾਂ ਦੇ ਵਿੱਚ ਆਈ ਹੈ। ਮੈਂ ਜਿੱਥੇ ਚਾਹੁੰਦਾ ਸੀ ਆਖਰਕਾਰ ਇਹ ਰਬਾਬ ਉੱਥੇ ਹੀ ਪਹੁੰਚ ਗਈ। ਅੱਜ ਮੇਰਾ ਇਹ ਸੰਸਾਰ ਦੇ ਵਿੱਚ ਆਉਣਾ ਸਫਲ ਹੋ ਗਿਆ। ਇਤਨਾ ਕਹਿ ਕੇ ਤੇ ਉਹ ਰਬਾਬ ਦੇ ਕੇ ਤੇ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਨਮਸਕਾਰ ਕਰਦਾ ਤੇ ਭਾਈ ਮਰਦਾਨਾ ਜੀ ਉਸ ਭਾਈ ਫਰੰਦੇ ਨੂੰ ਛੱਡਣ ਵਾਸਤੇ ਕੁਝ ਕੁ ਜੰਗਲਾਂ ਦੇ ਵਿੱਚ ਦੂਰ ਜਾਂਦੇ ਨੇ। ਉਹ ਫਰੰਦਾ ਜਿਵੇਂ ਹੀ ਅਲਵਿਦਾ ਕਰਦਾ ਨਾ, ਇਹ ਕਵੀ ਸੰਤੋਖ ਸਿੰਘ ਜੀ ਦੇ ਬੋਲ ਨੇ, ਕਹਿੰਦੇ ਕੁਝ ਕੁ ਦੂਰੀ ਦੇ ਉੱਪਰ ਉਹ ਫਰੰਦਾ ਗਿਆ ਤੇ ਜਾ ਕੇ ਉਹ ਫਰੰਦਾ ਗਾਇਬ ਹੋ ਗਿਆ। ਹੁਣ ਜਿਵੇਂ ਹੀ ਗਾਇਬ ਹੋਇਆ ਨਾ, ਬੜਾ ਵੱਡਾ ਅਚੰਭਾ ਹੈ। ਭਾਈ ਮਰਦਾਨਾ ਜੀ ਦੌੜੇ ਦੌੜੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਆਏ। ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਇਹ ਕੀ ਕਰਾਮਾਤ ਹੈ, ਪਹਿਲੇ ਤੇ 3 ਦਿਨ ਤੇ 3 ਰਾਤਾਂ ਬੀਤ ਗਈਆਂ, ਮੈਨੂੰ ਰਬਾਬ ਨਹੀਂ ਲੱਭੀ। ਇਹ ਆਪਣੇ ਆਪ ਹੀ ਫਰੰਦਾ ਮੇਰੇ ਕੋਲ ਚੱਲ ਕੇ ਆਉਂਦਾ, ਮੇਰਾ ਨਾਮ ਲੈ ਕੇ ਤੇ ਮੈਨੂੰ ਰਬਾਬ ਦਿੰਦਾ ਹੈ। ਫਿਰ ਮੈਂ ਕੀਮਤ ਪੁੱਛੀ ਤੇ ਕਹਿੰਦਾ ਗੁਰੂ ਨਾਨਕ ਦੇ ਅੱਗੇ ਵਜੇ ਇਹਦੀ ਹੋਰ ਕੋਈ ਕੀਮਤ ਨਹੀਂ ਹੈ। ਫਿਰ ਹੁਣ ਮੈਂ ਛੱਡਣ ਗਿਆ ਤੇ ਹੁਣ ਇਹ ਫਰੰਦਾ ਗਾਇਬ ਵੀ ਹੋ ਗਿਆ। ਇਹ ਕੀ ਕਰਾਮਾਤ ਹੈ ਸਤਿਗੁਰੂ, ਤੁਸੀਂ ਪਰਮੇਸ਼ਵਰ ਹੋ, ਤੁਸੀਂ ਆਪ ਹੀ ਦੱਸੋ। ਫਿਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਮਰਦਾਨਿਆਂ ਇਹ ਕੋਈ ਸਧਾਰਨ ਫਰੰਦਾ ਨਹੀਂ ਹੈ, ਰਬਾਬ ਵੀ ਕੋਈ ਸਧਾਰਨ ਨਹੀਂ ਹੈ। ਇੰਦਰ ਦੇ ਰਾਜ ਦੇ ਵਿੱਚ ਜਦੋਂ ਇੰਦਰ ਦੀ ਭਾਰੀ ਸਭਾ ਲੱਗੀ ਹੁੰਦੀ ਹੈ ਤੇ ਇਹ ਇੰਦਰ ਲੋਕ ਦਾ ਰਬਾਬੀ ਹੈ ਤੇ ਇਹ ਉੱਥੇ ਰਬਾਬ ਵਜਾਉਂਦਾ ਸੀ, ਪਰ ਕਿਸੇ ਵਜ੍ਹਾ ਕਰਕੇ ਇਸ ਦਾ ਉਧਾਰ ਨਹੀਂ ਹੋਇਆ, ਤਾਂ ਕਰਕੇ ਇਹਨੂੰ ਕਲਯੁੱਗ ਦੇ ਸਮੇਂ ਵਿੱਚ ਵਾਪਸ ਜਨਮ ਲੈਣਾ ਪਿਆ। ਤੇ ਇਹ ਉਹ ਰਬਾਬ ਹੈ, ਇਹ ਉਹ ਰਬਾਬ ਲੈ ਕੇ ਆਇਆ। ਤੇ ਹੁਣ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਇਹ ਗੱਲ ਭਾਈ ਮਰਦਾਨਾ ਜੀ ਨੂੰ ਦੱਸੀ ਨਾ, ਤੇ ਭਾਈ ਮਰਦਾਨਾ ਜੀ ਨੇ ਆਪਦੇ ਆਪ ਨੂੰ ਬੜੇ ਵਡਭਾਗੀ ਜਾਣਿਆ ਕਿ ਮੈਂ ਤੇ ਬੜੇ ਵੱਡੇ ਭਾਗਾਂ ਵਾਲਾ ਕਿ ਜਿਹੜਾ ਇਹ ਰਬਾਬ ਮੇਰੇ ਕੋਲ ਆਈ। ਤੇ ਹੁਣ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਮਰਦਾਨਿਆਂ ਫਿਰ ਹੁਣ ਇਸ ਰਬਾਬ ਨੂੰ ਵਜਾ। ਹੁਣ ਜਦੋਂ ਇਤਨੀ ਬਾਤ ਕਹੀ, ਮਰਦਾਨਿਆਂ ਰਬਾਬ ਨੂੰ ਵਜਾ, ਤੇ ਭਾਈ ਮਰਦਾਨਾ ਜੀ ਕਹਿਣ ਲੱਗੇ, ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੁਸੀਂ ਤੇ ਜਾਣਦੇ, ਮੈਨੂੰ ਤੇ ਰਬਾਬ ਵਜਾਉਣੀ ਵੀ ਨਹੀਂ ਆਉਂਦੀ। ਨਾਲੇ ਇੱਕ ਸਭ ਤੋਂ ਵਿਲੱਖਣ ਗੱਲ ਇਹ ਹੈ, ਜਿਹੜੀ ਆਮ ਰਬਾਬਾਂ ਨੇ ਨਾ, ਆਮ ਰਬਾਬਾਂ ਉਹ ਸਟਿੱਕ ਦੇ ਨਾਲ ਵੱਜਦੀਆਂ ਨੇ। ਏਡੀ ਕੋਈ ਇੱਕ ਪਲਾਸਟਿਕ ਦੀ ਸਟਿੱਕ ਹੁੰਦੀ ਹੈ, ਉਹਦੇ ਨਾਲ ਵਜਾਈ ਜਾਂਦੀ ਹੈ। ਪਰ ਜਿਹੜੀ ਇਹ ਰਬਾਬ ਸੀ ਨਾ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਦੀ ਰਬਾਬ, ਇਹ ਗੱਜ ਦੇ ਨਾਲ ਵੱਜਦੀ ਸੀਗੀ। ਇੱਕ ਘੋੜੇ ਦੇ ਵਾਲ ਲੱਗੇ ਹੁੰਦੇ ਨੇ, ਲੱਕੜ ਦਾ ਗੱਜ ਬਣਿਆ ਹੁੰਦਾ, ਇਹ ਉਹਦੇ ਨਾਲ ਰਬਾਬ ਵੱਜਦੀ ਸੀਗੀ, ਜਿਵੇਂ ਅੱਜ ਕੱਲ੍ਹ ਸਰੰਗੀ ਵੱਜਦੀ ਹੈ, ਇਹ ਉੱਦਾਂ ਵੱਜਿਆ ਕਰਦੀ ਸੀ। ਤੇ ਹੁਣ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਮਰਦਾਨਿਆਂ ਵਜਾ। ਤੇ ਫਿਰ ਭਾਈ ਮਰਦਾਨਾ ਜੀ ਨੇ ਅੱਗੋਂ ਇਹ ਜਵਾਬ ਦਿੱਤਾ, ਸਤਿਗੁਰ ਸੱਚੇ ਪਾਤਸ਼ਾਹ ਜੀ ਮੈਨੂੰ ਤੇ ਰਬਾਬ ਵਜਾਉਣੀ ਨਹੀਂ ਆਉਂਦੀ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ, ਚੰਗਾ ਠੀਕ ਹੈ, ਫਿਰ ਮਰਦਾਨਿਆਂ ਅੱਲ ਇਹ ਰੱਖ ਰਬਾਬ ਦੇ ਉੱਪਰ ਗੱਜ ਤੇ ਹੁਣ ਬੋਲ ਧੰਨ ਨਿਰੰਕਾਰ। ਭਾਈ ਮਰਦਾਨਾ ਜੀ ਕਹਿੰਦੇ, ਧੰਨ ਨਿਰੰਕਾਰ, ਕਿਉਂਕਿ ਇਕੱਲਾ ਧੰਨ ਨਿਰੰਕਾਰ ਕਹਿਣਾ ਨਹੀਂ ਸੀ, ਅਸਲ ਵਿੱਚ ਧੰਨ ਨਿਰੰਕਾਰ ਬਣਨਾ ਵੀ ਸੀ ਨਾਲ। ਫਿਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਕਹਿ ਮਰਦਾਨਿਆਂ ਧੰਨ ਨਿਰੰਕਾਰ। ਭਾਈ ਮਰਦਾਨਾ ਜੀ ਨੇ ਧੰਨ ਨਿਰੰਕਾਰ। ਫਿਰ ਕਹਿੰਦੇ, ਕਹਿ ਮਰਦਾਨਿਆਂ ਧੰਨ ਨਿਰੰਕਾਰ। ਜਿਵੇਂ ਤੀਜੀ ਵਾਰੀ ਕਿਹੜਾ ਧੰਨ ਨਿਰੰਕਾਰ, ਰਬਾਬ ਦਾ ਐਸਾ ਗੱਜ ਵਜਿਆ, ਐਸੀ ਰਬਾਬ ਵਜਣੀ ਸ਼ੁਰੂ ਹੋਈ,
ਰਬਾਬ ਦੇ ਵਿੱਚੋਂ ਬਸ ਇੱਕੋ ਹੀ ਬੋਲ ਨਿਕਲ ਰਿਹਾ ਸੀ, ਧੰਨ ਨਿਰੰਕਾਰ, ਧੰਨ ਨਿਰੰਕਾਰ, ਧੰਨ ਨਿਰੰਕਾਰ। ਬਸ ਇੰਨਾ ਕਰਦਿਆਂ ਭਾਈ ਮਰਦਾਨਾ ਜੀ ਸੁੰਨ ਮੁੰਨ ਹੋ ਗਏ। ਬਸ ਕੱਲੀ ਰਬਾਬ ਵੱਜੀ ਜਾਂਦੀ ਹੈ। ਪੱਤੇ ਰੁਕ ਗਏ, ਫਲਾਂ ਦੇ ਵਿੱਚ ਰਸ ਪੈਦਾ ਹੋਣਾ ਸ਼ੁਰੂ ਹੋ ਗਿਆ। ਨਾਲ ਨਦੀ ਵਗਦੀ ਸੀ, ਨਦੀ ਦਾ ਪਾਣੀ ਵੀ ਇੱਕਦਮ ਰੁਕ ਗਿਆ। ਪੰਛੀ ਸਾਰੇ ਚੁੱਪ ਕਰ ਜਾਂਦੇ ਨੇ, ਕਿਤੋਂ ਕੋਈ ਆਵਾਜ਼ ਨਹੀਂ ਆਉਂਦੀ। ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਵੀ ਅੰਤਰ ਧਿਆਨ ਹੋ ਜਾਂਦੇ ਨੇ। ਕਿੰਨਾ ਸਮਾਂ ਉਸੇ ਤਰ੍ਹਾਂ ਹੀ ਉਹ ਰਬਾਬ ਵੱਜਦੀ ਰਹੀ ਤੇ ਸਾਰੇ ਨਗਰ ਦੇ ਵਿੱਚ ਸਨਾਟਾ ਛਾ ਚੁੱਕਿਆ ਸੀਗਾ। ਕਾਲੀ ਘਟਾ ਅਸਮਾਨ ਦੇ ਵਿੱਚ ਚੜ੍ਹ ਕੇ ਆ ਗਈ। ਮੋਰ ਪਹਿਲਾਂ ਪਾਉਣ ਲੱਗ ਗਏ ਤੇ ਕਿੰਨੀ ਦੇਰ ਬਾਅਦ ਆਖਰਕਾਰ ਧੰਨ ਸਾਹਿਬ ਨਾਨਕ ਪਾਤਸ਼ਾਹ ਜੀ ਨੇ ਨੇਤਰ ਖੋਲ੍ਹੇ ਤੇ ਭਾਈ ਮਰਦਾਨੇ ਦੇ ਸੀਸ ਦੇ ਉੱਪਰ ਬੜੇ ਪਿਆਰ ਨਾਲ ਹੱਥ ਫੇਰਿਆ। ਜਿਵੇਂ ਹੀ ਹੱਥ ਫੇਰਿਆ ਤੇ ਭਾਈ ਮਰਦਾਨਾ ਜੀ ਨੇ ਉਹ ਰਬਾਬ ਰੋਕੀ। ਰਬਾਬ ਵਜਨੋਂ ਜਿਵੇਂ ਹੀ ਹਟੀ ਤੇ ਫਿਰ ਸਾਰਾ ਮਾਹੌਲ ਪਹਿਲੇ ਵਰਗਾ ਹੀ ਹੋ ਗਿਆ ਤੇ ਗੁਰੂ ਨਾਨਕ ਬਾਬਾ ਜੀ ਦੇ ਚਰਨਾਂ ਵਿੱਚ ਭਾਈ ਮਰਦਾਨਾ ਡਿੱਗ ਪਿਆ। ਕਹਿੰਦਾ ਸਤਿਗੁਰੂ ਮੈਨੂੰ ਬਖਸ਼ ਲਵੋ, ਮੈਂ ਤਾਂ ਕਹਿੰਦਾ ਸੀ ਮੈਨੂੰ ਰਬਾਬ ਵਜਾਉਣੀ ਨਹੀਂ ਆਉਂਦੀ, ਪਰ ਤੁਸੀਂ ਪਤਾ ਨਹੀਂ ਕਿਹੜੀ ਕਿਰਪਾ ਕੀਤੀ ਹੈ, ਆਪਣੇ ਆਪ ਹੀ ਵੱਜੀ ਜਾਂਦੀ ਹੈ। ਪਤਾ ਨਹੀਂ ਕਿਹੜੀ ਕਿਰਪਾ ਕੀਤੀ। ਇਸੇ ਕਰਕੇ ਸਦਾ ਯਾਦ ਰੱਖਣਾ। ਠੀਕ ਹੈ, ਕਿਰਪਾਨ ਆਪਣੀ ਥਾਂ 'ਤੇ ਹੈ, ਬੜੀ ਵੱਡੀ ਗੱਲ ਹੈ। ਕਿਰਪਾਨ ਆਪਣੀ ਥਾਂ 'ਤੇ ਹੋਣੀ ਬੜੀ ਵੱਡੀ ਗੱਲ ਹੈ। ਸਮੇਂ ਦੀ ਮੰਗ ਵੀ ਕਿਰਪਾਨ ਹੈ, ਜੋ ਅੱਜ ਫਿਰ ਵਾਪਸ ਸਮਾਂ ਬਣ ਚੁੱਕਿਆ ਨਾ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਉੱਪਰ ਵਾਪਸ 84 ਨਾ ਵਾਪਰੇ, ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਨਾਲ ਪਹਿਲੇ ਵਰਗੇ ਅਤਿਆਚਾਰ ਨਾ ਹੋਣ, ਤਾਂ ਸਾਨੂੰ ਕਿਰਪਾਨ ਧਾਰਨ ਕਰਨੀ ਪਏਗੀ। ਪਰ ਸੱਚੀ ਗੱਲ ਹੈ, ਕਿਰਪਾਨ ਦੇ ਨਾਲੋਂ ਵੀ ਜੇਕਰ ਕੋਈ ਗਹਿਰਾ ਜ਼ਖਮ ਹੈ ਤੇ ਉਹ ਕਲਮ ਜਿਹੜੀ ਹੈ ਨਾ, ਕਲਮ ਵੱਡੇ ਕਾਇਲ ਕਰ ਦਿੰਦੀ ਹੈ। ਸਭ ਤੋਂ ਵੱਡਾ ਜ਼ਖਮ ਜੇਕਰ ਕੋਈ ਦਿੰਦੀ ਹੈ ਤੇ ਉਹ ਕਲਮ ਦਿੰਦੀ ਹੈ। ਤੇ ਜਿਹੜੀ ਉਹ ਰਬਾਬ ਸੀ ਨਾ, ਉਹ ਰਬਾਬ ਕਿਰਪਾਨ ਦੇ ਨਾਲੋਂ ਵੀ ਕਿਤੇ ਤਿੱਖਾ ਕੰਮ ਕਰਦੀ ਸੀ। ਤਾਂ ਕਰਕੇ ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਹਿਣਾ ਨਾ, ਮਰਦਾਨਿਆਂ ਧੁਰ ਕੀ ਬਾਣੀ ਆਈ ਹੈ ਵਜਾ ਰਬਾਬ, ਤੇ ਭਾਈ ਮਰਦਾਨਾ ਜੀ ਨੇ ਅੱਖਾਂ ਬੰਦ ਕਰ ਲੈਣੀਆਂ ਤੇ ਰਬਾਬ ਵਜਣੀ। ਭਾਈ ਮਰਦਾਨਾ ਜੀ ਨੇ ਰਬਾਬ ਵਜਾਈ ਜਾਣੀ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਣੀ ਗਾਈ ਜਾਣੀ। ਕਰਦਿਆਂ 17 ਰਾਗਾਂ ਦੇ ਵਿੱਚ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਣੀ ਗਾਇਨ ਕਰ ਦਿੱਤੀ ਤੇ ਭਾਈ ਮਰਦਾਨਾ ਜੀ ਨੇ 17 ਰਾਗਾਂ ਦੇ ਅੰਦਰ ਹੀ ਰਬਾਬ ਵਜਾ ਦਿੱਤੀ ਤੇ ਇੰਨੇ ਲੋਕ ਘਾਇਲ ਕੀਤੇ। ਕਿਤੇ ਵਲੀ ਕੰਧਾਰੀ ਨੂੰ ਘਾਇਲ ਕੀਤਾ ਜਾਂਦਾ ਉਸ ਰਬਾਬ ਦੇ ਰਾਹੀਂ, ਉਸੇ ਰਬਾਬ ਦੇ ਨਾਲ ਹੀ ਕੋਡੇ ਰਾਖਸ਼ ਨੂੰ ਘਾਇਲ ਕੀਤਾ ਜਾਂਦਾ ਹੈ, ਉਸੇ ਹੀ ਰਬਾਬ ਦੇ ਨਾਲ ਸੱਜਣ ਠੱਗ ਨੂੰ ਘਾਇਲ ਕੀਤਾ ਜਾਂਦਾ ਹੈ, ਉਸੇ ਹੀ ਰਬਾਬ ਦੇ ਨਾਲ ਭੂਮੀਏ ਚੋਰ ਨੂੰ ਵੀ ਘਾਇਲ ਕੀਤਾ ਜਾਂਦਾ ਹੈ। ਉਹ ਹੀ ਰਬਾਬ ਮੱਕੇ ਦੇ ਵਿੱਚ ਜਾ ਕੇ ਵੱਜਦੀ ਹੈ ਤੇ ਸਾਰੇ ਮੁਸਲਮਾਨ ਆ ਕੇ ਸਿਜਦਾ ਕਰ ਦਿੰਦੇ ਨੇ ਕਿ ਹਾਂ ਭਾਈ ਖੁਦਾ ਤੇ ਸਾਰੇ ਪਾਸੇ ਹੀ ਹੈ। ਇੰਨੀ ਤਾਕਤ ਸੀ। ਤੇ ਜਦੋਂ ਕਿਤੇ ਉਹ ਹੀ ਰਬਾਬ ਬਗਦਾਦ ਦੀ ਧਰਤੀ ਤੇ ਜਾ ਕੇ ਵੱਜਦੀ ਹੈ ਤੇ ਸਾਰੇ ਰਬਾਬ ਦੇ ਲੋਕ ਤੇ ਰਬਾਬ ਦੀ ਨਗਰੀ ਸੁੰਨ ਮੁੰਨ ਹੋ ਜਾਂਦੀ ਹੈ। ਇੱਥੇ ਤੱਕ ਪੀਰ ਦਸਤਗੀਰ ਵਰਗੇ ਵੀ ਸੁੰਨ ਮੁੰਨ ਹੋ ਜਾਂਦੇ ਨੇ ਕਿ ਅੱਜ ਕੌਣ ਆਇਆ ਹੈ ਜਿਹਨੇ ਇੱਥੇ ਆ ਕੇ ਰਬਾਬ ਵਜਾਈ ਹੈ। ਤਾਂ ਹੀ ਤੇ ਭਾਈ ਗੁਰਦਾਸ ਜੀ ਨੇ ਫਿਰ ਬੋਲ ਲਿਖੇ ਨਾ, ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ। ਹੁਣ ਜਦੋਂ ਰਬਾਬ ਵੀ ਸਿੱਖ ਲਈ ਤੇ ਕਹਿਣ ਲੱਗੇ ਚੱਲ ਮਰਦਾਨਿਆਂ ਹੁਣ ਤੂੰ ਦੱਸ, ਕਿਉਂਕਿ ਤੂੰ ਹਰ ਵਾਰੀ ਫਿਰ ਲਾਂਭਾ ਦੇਣਾ ਨਾ ਕਿ ਮੈਂ ਤੁਹਾਡੇ ਨਾਲ ਨਹੀਂ ਰਹਿਣਾ, ਤੁਸੀਂ ਮੈਨੂੰ ਭੁੱਖੇ ਮਾਰ ਦਿੱਤਾ। ਕਿਉਂਕਿ 18-20 ਦਿਨ ਹੋ ਗਏ ਸੀ, ਭਾਈ ਮਰਦਾਨਾ ਜੀ ਨੇ ਕੋਈ ਛਕਿਆ ਵੀ ਨਹੀਂ ਸੀਗਾ। ਕਹਿੰਦੇ ਚੱਲ ਮਰਦਾਨਿਆਂ ਤੂੰ ਦੱਸ ਆਪਾਂ ਕਿੱਧਰ ਨੂੰ ਚੱਲੀਏ, ਬੋਲ ਆਪਾਂ ਕਿੱਧਰ ਚੱਲੀਏ। ਤੇ ਜਦੋਂ ਇਤਨੀ ਬਾਤ ਆਖੀ ਨਾ ਕਿੱਧਰ ਚੱਲੀਏ, ਤੇ ਹੁਣ ਭਾਈ ਮਰਦਾਨਾ ਜੀ ਸਭ ਕੁਝ ਜਾਣ ਚੁੱਕੇ ਸਨ, ਹੱਥ ਜੋੜ ਲਏ ਨੇ। ਕਹਿੰਦਾ ਹੇ ਸਤਿਗੁਰ ਸੱਚੇ ਪਾਤਸ਼ਾਹ, ਤੁਸੀਂ ਅੰਤਰਜਾਮੀ ਹੋ, ਤੁਸੀਂ ਅੰਦਰ ਦੀਆਂ ਜਾਣਨ ਵਾਲੇ ਹੋ, ਇਸੇ ਕਰਕੇ ਜਿੱਧਰ ਤੁਹਾਡਾ ਜੀ ਕਰੇਗਾ ਉੱਧਰ ਹੀ ਮੈਨੂੰ ਆਪਣੇ ਨਾਲ ਲੈ ਚੱਲੋ, ਜਿੱਧਰ ਤੁਹਾਡਾ ਜੀ ਕਰੇ ਉੱਧਰ ਮੈਨੂੰ ਨਾਲ ਲੈ ਜਾਵੋ। ਕਹਿੰਦੇ ਚਲੋ ਠੀਕ ਹੈ ਫਿਰ ਮਰਦਾਨਾ, ਜੇ ਇਹ ਗੱਲ ਹੈ ਤੇ ਫਿਰ ਚੱਲ ਮੇਰੇ ਨਾਲ। ਹੁਣ ਦੇਖੋ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਅੱਜ ਉਦਾਸੀ ਦੀ ਆਰੰਭਤਾ ਕਰ ਦਿੱਤੀ ਤੇ ਅੱਜ ਗੁਰੂ ਨਾਨਕ ਪਾਤਸ਼ਾਹ ਸੁਲਤਾਨਪੁਰ ਤੋਂ ਚੱਲੇ ਨੇ ਤੇ ਪਹੁੰਚੇ ਕਿੱਥੇ ਨੇ? ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਮਲਿਕ ਭਾਗੋ ਦੇ ਘਰ ਨੂੰ ਛੱਡ ਕੇ ਤੇ ਭਾਈ ਲਾਲੋ ਦੇ ਘਰ ਦੇ ਵਿੱਚ ਪ੍ਰਵੇਸ਼ ਕਰ ਜਾਂਦੇ ਨੇ। ਭਾਈ ਲਾਲੋ ਦੇ ਘਰ ਵਿੱਚ ਜਾ ਕੇ ਆਵਾਜ਼ ਮਾਰੀ, ਕਹਿੰਦੇ ਲਾਲੋ ਘਰ ਦੇ ਵਿੱਚ ਹੀ ਹੈ? ਨਹੀਂ ਕੋਈ ਬਾਹਰ ਆਇਆ। ਫਿਰ ਦੂਜੀ ਵਾਰੀ ਫਿਰ ਆਵਾਜ਼ ਮਾਰੀ, ਉਹ ਭਾਈ ਲਾਲੋ ਘਰ ਹੀ ਹੈ? ਕਿਉਂਕਿ ਇੱਦਾਂ ਦੀ ਪਿਆਰ ਨਾਲ ਨਾ ਕਦੇ ਕਿਸੇ ਨੇ ਆਵਾਜ਼ ਨਹੀਂ ਮਾਰੀ ਸੀ। ਗਰੀਬ ਦਾ ਘਰ ਸੀ ਨਾ, ਤੇ ਗਰੀਬ ਦੇ ਘਰ ਵਿੱਚ ਕੋਈ ਇੱਦਾਂ ਆਵਾਜ਼ ਨਹੀਂ ਮਾਰਦਾ ਹੁੰਦਾ। ਫਿਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਉਹ ਭਾਈ ਲਾਲੋ ਘਰ ਦੇ ਵਿੱਚ ਹੀ ਹੈ?
ਭੱਜਿਆ ਭੱਜਿਆ ਆਇਆ, ਹੱਥ ਜੋੜ ਲਏ, ਕਹਿੰਦਾ ਹਾਂਜੀ ਫਕੀਰੋ ਕੌਣ? ਗੁਰੂ ਨਾਨਕ ਬਾਬਾ ਜੀ ਕਹਿੰਦੇ ਜਿਹਨੂੰ ਯਾਦ ਕਰਦਾ ਉਹੀ ਆ। ਕਹਿੰਦਾ ਤੁਸੀਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਮੇਰੇ ਘਰ ਦੇ ਵਿੱਚ ਆਏ ਹੋ? ਸਤਿਗੁਰਾਂ ਨੇ ਅੱਗੋਂ ਲਫ਼ਜ਼ ਕਹੇ, ਕਹਿੰਦੇ ਕੀ ਗੱਲ ਲਾਲੋ, ਇੱਥੇ ਬਾਹਰ ਖੜਾ ਹੀ ਗੱਲਾਂ ਕਰੀ ਜਾਏਂਗਾ ਕਿ ਘਰ ਦੇ ਅੰਦਰ ਵੀ ਲੈ ਕੇ ਜਾਏਂਗਾ? ਹੁਣ ਉਹ ਭਾਈ ਲਾਲੋ ਫਟਾਫਟ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੂੰ ਆਪਣੇ ਘਰ ਦੇ ਵਿੱਚ ਲੈ ਕੇ ਜਾਂਦੇ ਨੇ ਅਤੇ ਬੜੀ ਵਧੀਆ ਇੱਕ ਮੰਜੀ 'ਤੇ ਵਿਛਾਈ ਕੀਤੀ ਹੈ। ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਉਸ ਪਲੰਘ 'ਤੇ ਬਹਿੰਦੇ ਨੇ, ਨਾਲ ਭਾਈ ਮਰਦਾਨਾ ਵੀ ਬਹਿ ਜਾਂਦਾ। ਕਿੰਨੀ ਦੇਰ ਤੱਕ ਆਪਣੇ ਨਾ ਦਿਲ ਦਾ ਹਾਲ ਬਿਆਨ ਕਰੀ ਜਾਂਦਾ। ਆਖਰਕਾਰ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ, ਕਹਿੰਦੇ ਕੀ ਗੱਲ ਲਾਲੋ, ਕੱਲੀਆਂ ਗੱਲਾਂ ਹੀ ਕਰੀ ਜਾਏਂਗੇ ਕਿ ਕੁਝ ਸ਼ਿਕਾਏਂਗਾ ਵੀ? ਜਦ ਇਤਨੀ ਬਾਤ ਆਖੀ ਨਾ, ਕੱਲੀਆਂ ਗੱਲਾਂ ਕਰੀ ਜਾਏਂਗੇ ਕਿ ਕੁਝ ਸ਼ਿਕਾਏਂਗਾ ਵੀ? ਬਸ ਸੁਣਦਿਆਂ ਨਾਲ ਹੀ ਕਹਿੰਦੇ ਫਟਾਫਟ ਘਰ ਦੇ ਅੰਦਰ ਵੜਦਾ ਹੈ। ਨਾਲ ਦੀ ਨਾਲ ਗੁਰੂ ਨਾਨਕ ਪਾਤਸ਼ਾਹ ਵਾਸਤੇ ਨਾ ਕਹਿੰਦੇ ਕੁਝ ਕੁ ਸਾਗ ਅਤੇ ਬਾਜਰੇ ਦੀ ਬਣੀ ਹੋਈ ਰੋਟੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਵਾਸਤੇ ਲੈ ਕੇ ਆਉਂਦਾ। ਹੁਣ ਜਿਵੇਂ ਲਿਆਇਆ ਇੱਕੋ ਹੀ ਥਾਲ ਹੈ, ਉਹਦੇ ਵਿੱਚ ਹੀ ਸਾਗ ਅਤੇ ਉਹਦੇ ਵਿੱਚ ਹੀ ਉਹ ਰੋਟੀ ਹੈ। ਅਤੇ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਬਹਿ ਜਾਂਦੇ ਨੇ ਉੱਥੇ, ਪ੍ਰਸ਼ਾਦਾ ਛਕਣ ਲੱਗੇ ਅਤੇ ਬਾਂਹ ਤੋਂ ਮਰਦਾਨੇ ਨੂੰ ਫੜ ਕੇ ਵੀ ਨਾਲ ਬਿਠਾ ਲਿਆ। ਕਹਿੰਦੇ ਲੈ ਮਰਦਾਨਿਆ ਤੂੰ ਵੀ ਨਾਲ ਬਹਿ ਜਾ। ਅਤੇ ਲਾਲੋ ਅੰਦਰ ਜਾਣ ਲੱਗਿਆ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਕੀ ਗੱਲ ਲਾਲੋ, ਘਰ ਦੇ ਵਿੱਚ ਮਹਿਮਾਨ ਆਵੇ ਅਤੇ ਪ੍ਰਸ਼ਾਦਾ ਇਕੱਲਿਆਂ ਨੂੰ ਛਕਾ ਰਹੇ, ਆਪ ਜਾ ਰਹੇ ਆ? ਕਹਿੰਦਾ ਮੈਂ ਆਪਣੇ ਵਾਸਤੇ ਹੋਰ ਲਿਆਉਣਾ। ਸਤਿਗੁਰਾਂ ਨੇ ਬਾਂਹ ਤੋਂ ਫੜ ਕੇ ਫਿਰ ਬਿਠਾ ਲਿਆ। ਕਹਿੰਦੇ ਹੋਰ ਨਹੀਂ, ਇੱਥੇ ਨਾਲ ਹੀ ਬਹਿ ਜਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕੋ ਹੀ ਥਾਲ ਹੈ, ਇੱਕੋ ਥਾਲ ਦੇ ਵਿੱਚੋਂ ਇੱਕ ਇੱਕ ਗਰਾਈ ਇਕੱਠੇ ਇੱਕੋ ਹੀ ਥਾਲੀ ਦੇ ਵਿੱਚੋਂ ਛਕਣ ਵਾਲੇ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ, ਭਾਈ ਮਰਦਾਨਾ ਜੀ ਅਤੇ ਭਾਈ ਲਾਲੋ ਜੀ ਨੇ। ਸਤਿਗੁਰਾਂ ਨੇ ਕਿਸੇ ਤਰ੍ਹਾਂ ਦਾ ਵੱਖਰੇਵਾ ਨਹੀਂ ਕੀਤਾ। ਇਕੱਲਾ ਭਾਈ ਕਿਹਾ ਨਹੀਂ ਸੀ, ਜੀਵਨ ਦੇ ਵਿੱਚ ਭਾਈ ਬਣਾਇਆ ਵੀ ਸੀ। 1459 ਈਸਵੀ ਦੇ ਵਿੱਚ ਭਾਈ ਮਰਦਾਨਾ ਜੀ ਇਸ ਸੰਸਾਰ ਦੇ ਵਿੱਚ ਆਏ ਅਤੇ ਫਿਰ 1534 ਈਸਵੀ ਦੇ ਵਿੱਚ 9 ਸਾਲ ਪਹਿਲਾਂ ਆਉਂਦੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲੋਂ, ਅਤੇ 5 ਸਾਲ ਪਹਿਲਾਂ ਇਸ ਸੰਸਾਰ ਦੇ ਵਿੱਚੋਂ ਜਾਂਦੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਨਾਲੋਂ। ਇੰਨਾ ਪਿਆਰ ਸੀ, ਇੰਨਾ ਲਗਾਵ ਸੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ। ਅਤੇ ਕਦੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਇਹ ਮਹਿਸੂਸ ਨਹੀਂ ਹੋਣ ਦਿੱਤਾ ਸੀ ਕਿ ਮਰਦਾਨਿਆਂ ਕਿ ਤੂੰ ਇੱਕ ਮਰਾਸੀ ਹੈ, ਬਲਕਿ ਜੇ ਰੇਗਿਸਤਾਨ ਦੇ ਪਹਾੜਾਂ ਦੇ ਵਿੱਚ ਵੀ ਤੁਰੇ ਤਾਂ ਉੱਥੇ ਵੀ ਮਰਦਾਨਾ ਨਾਲ, ਬਰਫੀਲੇ ਇਲਾਕੇ ਵਿੱਚ ਗਏ ਉੱਥੇ ਵੀ ਮਰਦਾਨਾ ਨਾਲ, ਜੇ ਦਰਿਆਵਾਂ ਦੇ ਵਿੱਚੋਂ ਠੰਡੇ ਪਾਣੀ ਵਿੱਚੋਂ ਗੁਜ਼ਰਨਾ ਪਿਆ ਉੱਥੇ ਵੀ ਮਰਦਾਨਾ ਨਾਲ। ਭਾਵ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਤਨ ਦੇ ਉੱਪਰ ਬੜਾ ਕੁਝ ਹੰਢਾਇਆ, ਰੋੜਾਂ ਦੀ ਵਿਛਾਈ ਤੱਕ ਕੀਤੀ, ਉੱਥੇ ਨਾਲ ਰੋੜਾਂ ਦੇ ਉੱਪਰ ਸੌਣ ਵਾਲਾ ਭਾਈ ਮਰਦਾਨਾ ਹੀ ਹੁੰਦਾ ਸੀਗਾ। ਸਦਾ ਨਾਲ ਤੁਰਨ ਵਾਲਾ ਉਹ ਭਾਈ ਮਰਦਾਨਾ ਹੁੰਦਾ ਸੀਗਾ। ਅਤੇ ਲਗਾਤਾਰ 47 ਸਾਲ ਭਾਈ ਮਰਦਾਨਾ ਜੀ ਗੁਰੂ ਨਾਨਕ ਪਾਤਸ਼ਾਹ ਦੀ ਸ਼ਰਨ ਦੇ ਅੰਦਰ ਰਹੇ ਨੇ ਅਤੇ ਹਰ ਵਕਤ ਕਦੇ ਉਹਨਾਂ ਨੇ ਗੁਰੂ ਨਾਨਕ ਦਾ ਸਾਥ ਨਹੀਂ ਛੱਡਿਆ। ਗਰਮੀ ਦੀ ਪਰਵਾਹ ਨਹੀਂ ਕੀਤੀ, ਸਰਦੀ ਦੀ ਪਰਵਾਹ ਨਹੀਂ ਕੀਤੀ, ਵਰਖਾ ਦੀ ਪਰਵਾਹ ਨਹੀਂ ਕੀਤੀ, ਪਤਝੜ ਦੀ ਪਰਵਾਹ ਨਹੀਂ ਕੀਤੀ। ਕਦੇ ਵੀ ਭਾਈ ਮਰਦਾਨਾ ਜੀ ਨੇ ਕਿਸੇ ਗੱਲ ਦੀ ਪਰਵਾਹ ਨਹੀਂ ਕੀਤੀ, ਬਲਕਿ ਆਪਣਾ ਸਾਰਾ ਪੂਰਾ ਪਰਿਵਾਰ ਇੱਕ ਪਾਸੇ ਛੱਡ ਕੇ ਅਤੇ ਸਦਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਰਹੇ। ਹੁਣ ਸਭ ਤੋਂ ਆਖਰੀ ਉਦਾਹਰਣ ਸਮਝ ਕੇ ਤੇ ਸਮਾਪਤੀ ਕਰੀਏ। ਇੱਕ ਦਿਨ ਨਾ ਭਾਈ ਮਰਦਾਨਾ ਜੀ ਦੀ ਪਤਨੀ ਭਾਈ ਮਰਦਾਨਾ ਜੀ ਨੂੰ ਆਖਣ ਲੱਗੀ, ਕਹਿੰਦੀ ਇਹ ਮਰਦਾਨਿਆਂ ਤੂੰ ਸਾਰੀ ਜ਼ਿੰਦਗੀ ਆਪਣੀ ਨਾਨਕ ਦੇ ਨਾਲ ਲਾ ਦਿੱਤੀ, ਤੇਰੇ ਬੱਚੇ ਤੇਰੀ ਧੀ ਕਦੇ ਉਹ ਤੈਨੂੰ ਨਹੀਂ ਮਿਲ ਸਕੇ, ਕਿਉਂਕਿ ਤੂੰ ਸਾਰੀ ਉਮਰ ਹੀ ਨਾਨਕ ਦੇ ਨਾਲ ਤੁਰਿਆ ਰਿਹਾ। ਤੈਨੂੰ ਲੱਗਦਾ ਤੂੰ ਜਿੰਦੇ ਪਿੱਛੇ ਆਪਣਾ ਬਤੀਤ ਕੀਤਾ ਕਿ ਉਹ ਕਦੇ ਤੇਰੇ ਘਰ ਦੇ ਵਿੱਚ ਵੀ ਆ ਕੇ ਪ੍ਰਸ਼ਾਦਾ ਛਕੇਗਾ। ਹੁਣ ਲਫ਼ਜ਼ ਬੜਾ ਵੱਡਾ ਸੀਗਾ ਅਤੇ ਇਹ ਗੁਰੂ ਨਾਨਕ ਦੀ ਪ੍ਰੀਖਿਆ ਸੀਗੀ ਕਿ ਤੈਨੂੰ ਲੱਗਦਾ ਕਿ ਤੇਰਾ ਗੁਰੂ ਨਾਨਕ ਕਦੇ ਸਾਡੇ ਗਰੀਬਾਂ ਦੇ ਘਰ ਵਿੱਚ ਵੀ ਆ ਕੇ ਪ੍ਰਸ਼ਾਦਾ ਛਕੇਗਾ। ਅਤੇ ਭਾਈ ਮਰਦਾਨਾ ਜੀ ਕਹਿੰਦੇ ਇਹ ਭਾਗਵਾਨ ਨੇ ਕਿਉਂ ਗਿਲੇ ਸ਼ਿਕਵੇ ਕਰਦੀ ਹੈ, ਨਾਨਕ ਤੇ ਖੁਦ ਦਿਲ ਦੀਆਂ ਜਾਣਨ ਵਾਲਾ, ਨਾਨਕ ਕਿਉਂ ਨਹੀਂ ਸਾਡੇ ਘਰ ਵਿੱਚ ਆਏਗਾ। ਪਤਨੀ ਨੇ ਮਿਹਣਾ ਮਾਰਿਆ, ਕਹਿੰਦੀ ਜਾ ਕੇ ਆਪਣੇ ਨਾਨਕ ਨੂੰ ਲੈ ਕੇ ਆ, ਤੇਰਾ ਨਾਨਕ ਸਾਡੇ ਗਰੀਬਾਂ ਦੇ ਘਰ ਵਿੱਚ ਨਹੀਂ ਆਉਂਦਾ, ਕਿਉਂਕਿ ਉਹ ਖੱਤਰੀਆਂ ਦਾ ਪੁੱਤਰ ਹੈ ਅਤੇ ਅਸੀਂ ਮਰਾਸੀ ਹਾਂ, ਸਾਡੇ ਘਰੇ ਨਹੀਂ ਆਉਂਦਾ। ਕਹਿੰਦੇ ਚੱਲ ਠੀਕ ਹੈ, ਮੈਂ ਜਾਨਾ ਪਤਾ ਕਰਦਾ। ਹੁਣ ਘਰ ਦੇ ਵਿੱਚ ਤੁਰੇ ਨਾ ਅਤੇ ਅੰਦਰ ਗਿਣਤੀਆਂ ਗਿਣਨੀਆਂ ਆਰੰਭ ਕਰ ਦਿੱਤੀਆਂ। ਮੈਂ ਚੱਲਿਆ ਅਤੇ ਹਾਂ ਜੇ ਅੱਜ ਨਾਨਕ ਨੇ ਮੇਰੇ ਘਰ ਵਿੱਚ ਆਉਣ ਤੋਂ ਇਨਕਾਰ ਕਰ ਦਿੱਤਾ ਤਾਂ ਮੈਂ ਕੀ ਕਰਾਂਗਾ, ਮੈਂ ਕੀ ਪਤਨੀ ਨੂੰ ਮੂੰਹ ਵਿਖਾਵਾਂਗਾ ਜਿਹਦੇ ਲਈ ਮੈਂ 47 ਸਾਲ ਤੁਰਦਾ ਫਿਰਦਾ ਰਿਹਾ ਕਿ ਉਹ ਮੇਰੇ ਘਰ ਦੇ ਵਿੱਚ ਵੀ ਨਹੀਂ ਆਇਆ। ਪਰ ਉੱਧਰੋਂ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਲੱਗੇ, ਹੇ ਸੁਲੱਖਣੀਏ ਅੱਜ ਦਿਨ ਦਾ ਪ੍ਰਸ਼ਾਦਾ ਤੇ ਛਕ ਲਿਆ, ਹੁਣ ਦੁਪਹਿਰ ਦਾ ਪ੍ਰਸ਼ਾਦਾ ਮੇਰਾ ਜੀਅ ਕਰਦਾ ਮੈਂ ਮਰਦਾਨੇ ਘਰੇ ਜਾ ਕੇ ਛਕਾਂ।
ਉਧਰੋਂ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਵੀ ਤੁਰ ਪਏ। ਹੁਣ ਤੁਰੇ ਨੇ ਤੇ ਰਸਤੇ ਦੇ ਵਿੱਚ ਇੱਧਰੋਂ ਭਾਈ ਮਰਦਾਨਾ ਜੀ ਆ ਗਏ ਨੇ, ਇੱਧਰੋਂ ਗੁਰੂ ਨਾਨਕ ਪਾਤਸ਼ਾਹ ਜੀ ਆ ਗਏ ਨੇ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨੇ ਨੂੰ ਗਲਵੱਕੜੀ ਦੇ ਵਿੱਚ ਲਿਆ ਤੇ ਭਾਈ ਮਰਦਾਨਾ ਜੀ ਹੱਥ ਜੋੜ ਕੇ ਪੁੱਛਣ ਲੱਗੇ, ਸਤਿਗੁਰ ਸੱਚੇ ਪਾਤਸ਼ਾਹ ਕਿੱਥੇ ਚੱਲੇ ਹੋ? ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ, ਉਹ ਕਮਲਿਆ ਕਿਉਂ ਭੋਲੀਆਂ ਗੱਲਾਂ ਕਰਦਾ ਹੁੰਨਾ? ਤੈਨੂੰ ਪਤਾ ਹੈ ਸਵੇਰ ਦਾ ਪ੍ਰਸ਼ਾਦਾ ਛਕ ਲਿਆ ਤੇ ਦੁਪਹਿਰ ਦਾ ਛਕਣਾ ਹਜੇ ਬਾਕੀ ਹੈ। ਮੈਂ ਤੇ ਸੁਲੱਖਣੀ ਨੂੰ ਕਹਿ ਕੇ ਆਇਆ ਕਿ ਮੈਂ ਅੱਜ ਦੁਪਹਿਰ ਦਾ ਪ੍ਰਸ਼ਾਦਾ ਮਰਦਾਨੇ ਦੇ ਘਰ ਵਿੱਚ ਛਕਣਾ, ਚੱਲ ਮੇਰੇ ਨਾਲ ਤੇਰੇ ਘਰ ਵਿੱਚ ਪ੍ਰਸ਼ਾਦਾ ਛਕੀਏ। ਤੇ ਫਟਾਫਟ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਢਹਿ ਪਏ। ਸਤਿਗੁਰ ਸੱਚੇ ਪਾਤਸ਼ਾਹ ਤੂੰ ਸੱਚਮੁੱਚ ਹੀ ਅੰਤਰਜਾਮੀ ਹੈ। ਮੇਰੀ ਪਤਨੀ ਕਹਿੰਦੀ ਸੀ ਜਾ ਨਾਨਕ ਨੂੰ ਬੁਲਾ ਕੇ ਲੈ ਕੇ ਆ, ਪਰ ਇਹ ਨਾਨਕ ਜਿੱਥੇ ਤੂੰ ਕੋਡੇ ਰਾਖਸ਼ ਵਰਗਿਆਂ ਨੂੰ ਠੱਗ ਵਰਗਿਆਂ ਨੂੰ ਇਸ ਸੰਸਾਰ ਤੋਂ ਤਾਰਿਆ, ਅੱਜ ਸੱਚਮੁੱਚ ਤੂੰ ਆਪਣੇ ਮਰਦਾਨੇ ਨੂੰ ਵੀ ਇਸ ਸੰਸਾਰ ਦੇ ਵਿੱਚੋਂ ਤਾਰ ਲਿਆ। ਤੇ ਵਾਰ-ਵਾਰ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਢਹਿ ਪੈਂਦੇ ਨੇ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਭਾਈ ਮਰਦਾਨਾ ਜੀ ਨੂੰ ਆਪਣੇ ਦਰੋਂ ਘਰੋਂ ਨਵਾਜਦੇ ਨੇ। ਤੇ ਇਹ ਗੱਲ ਸੱਚੀ ਹੈ। 1534 ਈਸਵੀ ਦੇ ਵਿੱਚ ਨਾ ਕਰਤਾਰਪੁਰ ਸਾਹਿਬ ਵਿਖੇ ਅੱਜ ਨਾ ਇੱਕ ਲਾਸ਼ ਕਹਿੰਦੇ ਬਾਹਰ ਪਈ ਹੋਈ ਹੈ, ਚਿੱਟੇ ਰੰਗ ਦਾ ਨਾ ਕਫਨ ਪਾਇਆ ਹੋਇਆ। ਸਾਰੇ ਲੋਕ ਉਸ ਲਾਸ਼ ਵੱਲੇ ਵੇਖਦੇ ਨੇ, ਇਹ ਲਾਸ਼ ਕਿਹਦੀ ਹੈ, ਇਹ ਲਾਸ਼ ਕਿਹਦੀ ਹੈ? ਕਦੇ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਨਾ ਰਬਾਬ ਨਹੀਂ ਵਜਾਈ ਸੀ, ਅੱਜ ਤੱਕ ਕਦੇ ਰਬਾਬ ਨਹੀਂ ਵਜਾਈ ਸੀ। ਸਦਾ ਇੱਕੋ ਹੀ ਗੱਲ ਕਹਿੰਦੇ ਰਹੇ, ਮਰਦਾਨਿਆਂ ਬਾਣੀ ਆਈ ਹੈ ਰਬਾਬ ਵਜਾ, ਮਰਦਾਨਿਆਂ ਬਾਣੀ ਆਈ ਹੈ ਰਬਾਬ ਵਜਾ। ਅੱਜ ਨਾ ਉਹ ਲਾਸ਼ ਪਈ, ਬੜਾ ਇਕੱਠ ਹੈ, ਸਾਰੇ ਲੋਕ ਵੇਖੀ ਜਾਂਦੇ ਨੇ। ਅੱਜ ਖੁਦ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਉਹ ਰਬਾਬ ਚੱਕੀ ਹੈ, ਰਬਾਬ ਚੱਕੀ ਤੇ ਉਸ ਲਾਸ਼ ਦੇ ਕੋਲ ਆ ਕੇ ਬੈਠੇ ਨੇ ਤੇ ਰਬਾਬ ਨੂੰ ਆਪਣੇ ਪੱਟ ਦੇ ਉੱਪਰ ਰੱਖਿਆ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਅੱਜ ਪਹਿਲੀ ਵਾਰੀ ਰਬਾਬ ਵਜਾਉਂਦੇ ਨੇ ਤੇ ਸਭ ਤੋਂ ਪਹਿਲਾਂ ਉਹ ਕਫਨ ਨੂੰ ਮੁੱਖ ਤੋਂ ਪਾਸੇ ਕੀਤਾ ਤੇ ਉਹ ਲਾਸ਼ ਕਿੰਦੀ ਪਈ ਹੈ? ਭਾਈ ਮਰਦਾਨਾ ਜੀ ਦੀ ਲਾਸ਼ ਪਈ ਹੋਈ ਹੈ। ਤੇ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਦੀਆਂ ਅੱਖਾਂ ਵਿੱਚੋਂ ਅੱਜ ਪਹਿਲੀ ਵਾਰੀ ਹੰਝੂ ਡਿੱਗੇ ਸੀਗੇ। ਇਹ ਸੱਚ ਹੈ, ਪਹਿਲੀ ਵਾਰੀ ਗੁਰੂ ਨਾਨਕ ਪਾਤਸ਼ਾਹ ਦੀ ਅੱਖਾਂ ਦੇ ਵਿੱਚੋਂ ਹੰਝੂ ਡਿੱਗੇ ਤੇ ਉਹ ਹੰਝੂ ਗੁਰੂ ਨਾਨਕ ਪਾਤਸ਼ਾਹ ਦੀ ਅੱਖਾਂ ਦੇ ਹੰਝੂ ਵਾਰ-ਵਾਰ ਭਾਈ ਮਰਦਾਨੇ ਦੇ ਮੁੱਖ ਦੇ ਉੱਪਰ ਡਿੱਗਦੇ ਨੇ। ਤੇ ਸਤਿਗੁਰਾਂ ਨੇ ਆਪਣੇ ਹੱਥੀ ਉਹ ਰਬਾਬ ਵਜਾ ਕੇ ਤੇ ਲਫ਼ਜ਼ ਕਹੇ ਸਨ, ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਨ, ਹੰਪੀ ਵੰਜਾ ਡੋਮਣੀ ਰੋਵਾਂ ਝੀਨੀ ਬਾਣ। ਤੇ ਇਸੇ ਤਰ੍ਹਾਂ ਭਾਈ ਮਰਦਾਨਾ ਜੀ ਨੂੰ ਇਸ ਅਲਫਾਨੀ ਸਮਾਜ ਦੇ ਵਿੱਚੋਂ, ਸੰਸਾਰ ਦੇ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਆਪ ਅਲਵਿਦਾ ਕਹਿੰਦੇ ਨੇ। ਤੇ ਜਿਸ ਵੇਲੇ ਭਾਈ ਮਰਦਾਨਾ ਜੀ ਗੁਰੂ ਨਾਨਕ ਪਾਤਸ਼ਾਹ ਨੂੰ ਇਸ ਸੰਸਾਰ ਦੇ ਵਿੱਚੋਂ ਛੱਡ ਕੇ ਜਾਂਦੇ ਆ ਨਾ, ਉਸ ਦਿਨ ਤੋਂ ਬਾਅਦ ਕਦੇ ਗੁਰੂ ਨਾਨਕ ਪਾਤਸ਼ਾਹ ਨੇ ਫਿਰ ਉਦਾਸੀ ਪਰੰਪਰਾ ਨਹੀਂ ਕੀਤੀ। ਕਦੇ ਵੀ ਗੁਰੂ ਨਾਨਕ ਪਾਤਸ਼ਾਹ ਉਦਾਸੀਆਂ ਤੇ ਨਹੀਂ ਗਏ, ਬਲਕਿ ਉਸ ਤੋਂ ਬਾਅਦ ਸਾਰਾ ਸਮਾਂ ਗੁਰੂ ਨਾਨਕ ਪਾਤਸ਼ਾਹ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਹੀ ਰਹਿੰਦੇ ਨੇ ਤੇ ਉੱਥੇ ਰਹਿ ਕੇ ਹੀ ਸੰਗਤਾਂ ਦੇ ਘਰ ਦੇ ਨਾਲ ਜੋੜਦੇ ਨੇ। ਨਾਮ ਜਪਣ ਦਾ, ਕਿਰਤ ਕਰਨ ਦਾ ਤੇ ਵੰਡ ਜਪਣ ਦਾ ਸਿਧਾਂਤ ਬਖਸ਼ਦੇ ਨੇ, ਪਰ ਕਦੇ ਗੁਰੂ ਨਾਨਕ ਪਾਤਸ਼ਾਹ ਉਸ ਤੋਂ ਬਾਅਦ ਉਦਾਸੀਆਂ ਤੇ ਨਹੀਂ ਗਏ। ਇੰਨਾ ਜ਼ਿਆਦਾ ਪਿਆਰ ਕਰਦੇ ਸੀ ਭਾਈ ਮਰਦਾਨੇ ਨੂੰ, ਬਲਕਿ ਸਦਾ ਆਪਣੇ ਨਾਲ ਰੱਖਿਆ, ਸਦਾ ਉਹਨੂੰ ਇੱਕ ਭਾਈ ਬਣਾ ਕੇ ਰੱਖਿਆ। ਇਹ ਸੀ ਭਾਈ ਮਰਦਾਨਾ ਜੀ ਦਾ ਇਤਿਹਾਸ। ਬੋਲਦਿਆਂ ਬੇਅੰਤ ਭੁੱਲਾਂ ਚੁੱਕਾਂ ਹੋ ਗਈਆਂ ਨੇ। ਗੁਰੂ ਔਰ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ।